ਧਰਨੇ ਹੀ ਧਰਨੇ, ਐਲਾਨ ਹੀ ਐਲਾਨ, ਰਿਸ਼ਤੇ ਹੀ ਰਿਸ਼ਤੇ। ਮਹਿਸੂਸ ਹੁੰਦਾ ਕਿ ਪੰਜਾਬ 'ਚ ਕੋਈ ਸੇਲ ਲੱਗੀ ਹੈ। ਅਤੇ ਇਸ ਸੇਲ ਤੋਂ ਪਹਿਲਾਂ ਇੱਕ ਗੱਲ ਨੂੰ ਹਮੇਸ਼ਾ ਯਾਦ ਰੱਖੋ ਕਿ ਪੰਜਾਬ ਦੇ ਅੰਦਰ ਨਸ਼ਾ ਮੁਕਤ ਪੰਜਾਬ, ਘਰ ਘਰ ਨੌਕਰੀ ਅਤੇ ਕਰਜ਼ ਮੁਕਤ ਪੰਜਾਬ, ਇੰਨੇ ਸੋਹਣੇ ਸੋਹਣੇ ਵਾਅਦਿਆਂ ਦੇ ਨਾਲ ਇੱਕ ਸਰਕਾਰ ਆਈ ਸੀ। ਉਸ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਬਾਹਰ ਦਾ ਰਸਤਾ ਵਿਖਾਇਆ ਅਤੇ ਨਵੇਂ ਮੁੱਖ ਮੰਤਰੀ ਸਾਨੂੰ ਪੇਸ਼ ਕੀਤੇ। ਸਰਦਾਰ ਚਰਨਜੀਤ ਸਿੰਘ ਚੰਨੀ ਇਹਨਾਂ ਦਿਨਾਂ ਦੇ ਅੰਦਰ ਜਿੰਨੇ ਐਲਾਨ ਕਰ ਰਹੇ ਨੇ, ਉਨੇ ਹੀ ਵੱਧ ਤੋਂ ਵੱਧ ਧਰਨੇ ਸੜਕਾਂ ਦੇ ਉੱਤੇ ਆ ਰਹੇ ਨੇ। ਇਹਨਾਂ ਧਰਨਿਆਂ ਦੇ ਵਿੱਚ ਇੱਕ ਗੱਲ ਮਹਿਸੂਸ ਕਰਨ ਵਾਲੀ ਹੈ ਕਿ ਜਦੋਂ ਤੁਸੀਂ ਪੁਲਾਂ ਦੇ ਹੇਠਾਂ ਲੰਘਦੇ ਹੋ ਤਾਂ ਵੱਧ ਤੋਂ ਵੱਧ ਇਸ਼ਤਿਹਾਰ ਮਿਲਣਗੇ, ਜਦੋਂ ਸੜਕਾਂ 'ਤੇ ਲੰਘਦੇ ਹੋ ਵੱਧ ਤੋਂ ਵੱਧ ਇਸ਼ਤਿਹਾਰ ਮਿਲਣਗੇ। ਸੜਕਾਂ 'ਤੇ ਦੋ ਹੀ ਚੀਜ਼ਾਂ ਮਿਲਣਗੀਆਂ, ਜਾਂ ਇਸ਼ਤਿਹਾਰ ਜਾਂ ਧਰਨੇ। ਸਤਿ ਸ਼੍ਰੀ ਅਕਾਲ, ਮੈਂ ਹਰਪ੍ਰੀਤ ਸਿੰਘ ਕਾਲੋਂ ਦੀ ਅਨਮਿਊਟ ਵਾਲਾ, ਅਤੇ ਅੱਜ ਦੀ ਸਟੋਰੀ ਮੈਂ ਤੁਹਾਨੂੰ ਇਹੋ ਦੱਸਣਾ ਚਾਹੁੰਦਾ ਕਿ ਕੋਈ ਜੋਗੀ ਪਹਾੜੋਂ ਉੱਤਰ ਆਏ ਨੇ ਚੋਣਾਂ ਦੀ ਘੂਕ ਸੁਣ ਕੇ, ਅਤੇ ਇਸੇ ਦੇ ਵਿੱਚ ਪੰਜਾਬ ਦੀ ਸਿਹਤ ਸੇਵਾਵਾਂ ਦਾ ਕੀ ਹਾਲ ਹੈ ਉਹ ਤੁਸੀਂ ਇੱਥੋਂ ਹੀ ਮਹਿਸੂਸ ਕਰੋ ਕਿ ਇਸ ਵਕਤ ਪੰਜਾਬ ਦੇ ਉਹ ਕਿਹੜੇ ਕਾਮੇ ਨੇ ਜਿਹੜੇ ਸੜਕਾਂ ਦੇ ਉੱਤੇ ਉਤਰੇ ਹੋਏ ਨੇ। ਇਕੱਲੇ ਨੈਸ਼ਨਲ ਹੈਲਥ ਮਿਸ਼ਨ ਦਾ ਇਹ ਕਿੱਸਾ ਨਹੀਂ ਹੈ। ਪੰਜਾਬ ਦੇ ਰੂਰਲ ਫਾਰਮਾਸਿਸਟ, ਆਸ਼ਾ ਵਰਕਰ, ਮਲਟੀਪਰਪਜ਼ ਹੈਲਥ ਵਰਕਰ, 108 ਐਂਬੂਲੈਂਸ ਸੇਵਾਵਾਂ ਤੋਂ ਲੈ ਕੇ ਪੰਜਾਬ ਦੇ ਅੰਦਰ ਇਹ ਸਾਰੀਆਂ ਸੇਵਾਵਾਂ ਦੇ ਵਿੱਚ ਕਾਮੇ ਪਿਛਲੇ ਇੱਕ ਦਹਾਕੇ ਤੋਂ ਇਹ ਉਡੀਕ ਕਰ ਰਹੇ ਨੇ ਕਿ ਉਹ ਪੱਕੇ ਹੋ ਜਾਣਗੇ, ਉਹਨਾਂ ਨੂੰ ਬਰਾਬਰ ਦਾ ਕੰਮ ਤੇ ਬਰਾਬਰ ਦੀ ਤਨਖਾਹ ਮਿਲੇਗੀ, ਪਰ ਅਜਿਹਾ ਨਹੀਂ ਹੈ। ਮੈਂ ਪਿਛਲੇ ਦਿਨਾਂ ਦੇ ਅੰਦਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸਰਕਾਰੀ ਹਸਪਤਾਲ ਦੇ ਵਿੱਚ ਗਿਆ, ਜਿੱਥੇ ਇੱਕ ਲੈਬੋਰਟਰੀ ਦਾ ਉਦਘਾਟਨ ਸਾਡੇ ਮੁੱਖ ਮੰਤਰੀ ਪੰਜਾਬ ਕਰਕੇ ਗਏ। ਇਸ ਲੈਬੋਰਟਰੀ ਦਾ ਜੋ ਸਿਸਟਮ ਹੈ ਉਹ ਇਹ ਹੈ ਕਿ ਪਬਲਿਕ ਪ੍ਰਾਈਵੇਟਾਈਜੇਸ਼ਨ ਪਾਰਟੀਸਪੇਸ਼ਨ, PPP। ਬਹੁਤ ਸੋਹਣਾ ਲੱਗਦਾ ਹੈ। ਇਸ ਦੇ ਵਿੱਚ ਜਦੋਂ ਕੋਈ ਵੀ ਆਮ ਬੰਦਾ ਟੈਸਟ ਕਰਾਏਗਾ, ਮੰਨ ਲਓ ਜੀ ਉਹ ਟੈਸਟ 100 ਰੁਪਏ ਦਾ ਹੈ ਤਾਂ ਉਹਨੂੰ 30 ਰੁਪਏ ਦੇਣੇ ਪੈਣਗੇ, ਯਾਨੀ 70 ਰੁਪਏ ਸਰਕਾਰ ਦੇਵੇਗੀ। ਇਹ 70 ਰੁਪਏ ਸਰਕਾਰ ਉਸ ਪ੍ਰਾਈਵੇਟ ਕੰਪਨੀ ਨੂੰ ਦੇਵੇਗੀ ਜਿਹੜੀ ਉਸ ਲੈਬੋਰਟਰੀ ਦੇ ਵਿੱਚ ਹੈ। ਹੈਰਾਨੀ ਦੀ ਗੱਲ ਜਾਂ ਇੱਕ ਦਿਲਚਸਪ ਜਾਂ ਇੱਕ ਅਜਬੋ ਅਜੀਬ ਗੱਲ ਇਹ ਹੈ ਕਿ 70 ਰੁਪਏ ਸਰਕਾਰ ਉਸ ਪ੍ਰਾਈਵੇਟ ਕੰਪਨੀ ਨੂੰ ਦੇ ਸਕਦੀ ਹੈ, ਪਰ ਉਸ 70 ਰੁਪਏ ਦੇ ਨਾਲ ਉਹ ਆਪਣੀ ਲੈਬੋਰਟਰੀ ਸਥਾਪਿਤ ਨਹੀਂ ਕਰ ਸਕਦੀ, ਕਿਉਂਕਿ ਜੇ ਸਰਕਾਰ ਉਹ ਲੈਬੋਰਟਰੀ ਸਥਾਪਿਤ ਕਰਦੀ ਹੈ ਉਹਦਾ ਮਤਲਬ ਇਹ ਹੈ ਕਿ ਉਹਨੂੰ ਹੋਰ ਕਾਮੇ ਰੱਖਣੇ ਪੈਣਗੇ, ਉਹਨਾਂ ਨੂੰ ਰੈਗੂਲਰ ਕਰਨਾ ਪਏਗਾ, ਉਹਨਾਂ ਨੂੰ ਤਨਖਾਹਾਂ ਦੇਣੀਆਂ ਪੈਣਗੀਆਂ। ਮਹਿਸੂਸ ਇੰਝ ਹੁੰਦਾ ਹੈ ਕਿ ਇਹ PPP ਫਾਰਮੂਲਾ ਲੋਕਾਂ ਨੂੰ ਸਹੂਲਤ ਦੇਣ ਦਾ ਨਹੀਂ ਹੈ, ਇਹ ਸਰਕਾਰ ਦੀ ਉਸ ਜ਼ਿੰਮੇਵਾਰੀ ਤੋਂ ਭੱਜਣ ਦਾ ਜਿਸ ਦੇ ਵਿੱਚ ਉਹ ਨਹੀਂ ਚਾਹੁੰਦੀ ਕਿ ਲੋਕਾਂ ਨੂੰ ਨੌਕਰੀ ਮਿਲੇ। ਅੱਜ ਦੀ ਸਟੋਰੀ ਕ੍ਰਮਵਾਰ ਉਹਨਾਂ ਸਾਰਿਆਂ ਦੇ ਬਿਆਨ ਸੁਣਦੇ ਹੋਏ ਮਹਿਸੂਸ ਕਰਿਓ ਅਤੇ ਵੇਖਿਓ ਕਿ ਸਾਡੀ ਹਾਲਤ ਕੀ ਹੈ। ਪੰਜਾਬ ਦੀ ਅਜਿਹੀ ਹਾਲਤ ਦੇ ਵਿੱਚ ਸਾਡੀਆਂ ਜੇ ਸਿਹਤ ਸੇਵਾਵਾਂ ਦਾ ਇਹ ਹਾਲ ਹੈ ਅਤੇ ਹੋਰ ਸੈਕਟਰ ਦਾ ਹਾਲ ਇਸੇ ਤਰ੍ਹਾਂ ਹੀ ਹੈ। ਫਿਲਹਾਲ ਅੱਜ ਦੀ ਸ਼ੁਰੂਆਤ ਕਰਦੇ ਹਾਂ ਨੈਸ਼ਨਲ ਹੈਲਥ ਮਿਸ਼ਨ ਤੋਂ। ਕਾਂਗਰਸ ਨੇ ਇੰਨਾ ਮਾਸਟਰ ਸਟ੍ਰੋਕ ਖੇਡਿਆ ਜਿਸ ਦੇ ਵਿੱਚ ਚਰਨਜੀਤ ਸਿੰਘ ਚੰਨੀ ਹੁਣੀ ਮੁੱਖ ਮੰਤਰੀ ਬਣ ਕੇ ਆਏ ਅਤੇ ਉਹਨਾਂ ਦੇ ਨਾਲ ਇਹ ਤਸਵੀਰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਦੇ ਅੰਦਰ ਹੁਣ ਖੁਸ਼ਹਾਲੀ ਆਏਗੀ। ਮੇਰਾ ਮਸਲਾ ਚਰਨਜੀਤ ਸਿੰਘ ਚੰਨੀ ਨੂੰ ਟਾਰਗੇਟ ਕਰਨ ਦਾ ਨਹੀਂ ਹੈ। ਮੇਰਾ ਮਸਲਾ ਹੈ ਕਿ ਇੱਕ ਸਰਕਾਰ ਆਪਣੀ ਪੂਰੀ ਕਾਰਗੁਜ਼ਾਰੀ ਦੇ ਨਾਲ ਇੱਕ ਸ਼ਖਸੀਅਤ ਨੂੰ ਕੇਂਦਰ ਦੇ ਵਿੱਚ ਲਿਆ ਕੇ ਕਿਵੇਂ ਸਾਰੇ ਦੇ ਸਾਰੇ ਵਾਅਦੇ ਖਤਮ ਕਰ ਦਿੰਦੀ ਹੈ ਅਤੇ ਅਸੀਂ ਲੋਕ ਇੱਕ ਸ਼ਖਸੀ ਪੂਜਾ ਦੇ ਵਿੱਚ ਗਵਾ ਜਾਂਦੇ ਹਾਂ। ਨਰਿੰਦਰ ਮੋਦੀ ਹੁਣਾਂ ਦੇ ਨਾਲ ਵੀ ਅਸੀਂ ਇਹੋ ਕੀਤਾ, ਚਰਨਜੀਤ ਸਿੰਘ ਚੰਨੀ ਹੁਣਾਂ ਦੇ ਨਾਲ ਵੀ ਅਸੀਂ ਇਹੋ ਕੀਤਾ। ਇਸ ਦੇ ਵਿੱਚ ਇੱਕ ਤਸਵੀਰ ਸਮਝਣ ਦੀ ਲੋੜ ਹੈ। ਤਸਵੀਰ ਖੂਬਸੂਰਤ ਇਹ ਹੈ ਕਿ ਪੂਰੇ ਭਾਰਤ ਦੇ ਨੀਤੀ ਆਯੋਗ ਦੇ ਇੰਡੈਕਸ ਦੇ ਵਿੱਚ ਪੰਜਾਬ ਦੀ ਹੈਲਥ ਸਰਵਿਸ ਦੂਜੇ ਨੰਬਰ 'ਤੇ ਹੈ। ਹੈਪੇਟਾਈਟਸ ਸੀ ਪ੍ਰੋਗਰਾਮ ਸਭ ਤੋਂ ਸ਼ਾਨਦਾਰ ਚਲਾਉਣ ਦੇ ਵਿੱਚ ਜਿਹੜਾ ਸਿਹਰਾ ਮਿਲਦਾ ਹੈ ਉਹ ਸੂਬੇ ਪੰਜਾਬ ਨੂੰ ਮਿਲਦਾ ਹੈ। ਅਤੇ ਇਹ ਕਿਉਂ ਮਿਲਦਾ ਹੈ? ਕਿਉਂਕਿ ਉਹ ਇੱਥੋਂ ਦੇ ਸਿਹਤ ਕਾਮਿਆਂ ਦੀ ਬਦੌਲਤ ਹੈ। ਨੈਸ਼ਨਲ ਹੈਲਥ ਮਿਸ਼ਨ 2007 ਦੇ ਵਿੱਚ ਆਇਆ। 13 ਸਾਲ ਦੀ ਲੰਮੀ ਘਾਲਣਾ ਦੇ ਅੰਦਰ 13,500 ਮੁਲਾਜ਼ਮ ਹੈ ਜਿਹੜਾ ਇਸ ਨੂੰ ਅੰਜਾਮ ਦੇ ਰਿਹਾ। 13 ਸਾਲ 100 ਤੋਂ ਵੱਧ ਬੈਠਕਾਂ, 50 ਤੋਂ ਵੱਧ ਰੋਸ ਰੈਲੀਆਂ, 13,500 ਕਾਮੇ ਅਤੇ ਸਾਰੇ ਘੱਟ ਤਨਖਾਹਾਂ 'ਤੇ ਜਿਉਂ ਦੀ ਤਿਉਂ ਕੰਮ ਕਰ ਰਹੇ ਨੇ, ਇਸ ਉਮੀਦ ਨਾਲ ਕਿ ਇੱਕ ਦਿਨ ਉਹਨਾਂ ਦੀ ਜ਼ਿੰਦਗੀ ਸਵਰ ਜਾਏਗੀ। ਹਰਜੀਤ ਕੌਰ ਜੀ, ਸਭ ਤੋਂ ਪਹਿਲਾਂ ਤੁਸੀਂ ਇਹੋ ਦੱਸਣਾ ਕਿ ਤੁਸੀਂ ਇਸ ਸਰਵਿਸ ਦੇ ਵਿੱਚ ਕਿਹੜੇ ਸਾਲ ਤੋਂ ਆਏ ਸੀ? ਸਰ ਮੈਂ 2009 ਦੀ ਜੁਆਇਨਿੰਗ ਕੀਤੀ ਹੈ NHM ਦੇ ਅੰਡਰ, ਅਤੇ ਮੈਂ ਸਰ ਦੇਖੋ 12 ਸਾਲ ਹੋ ਗਏ ਐਸੇ NHM 'ਚ ਕੰਮ ਕਰਦੇ ਹਾਂ।
ਪਰ ਸਾਨੂੰ ਕੋਈ ਵੀ ਸਾਡੀ ਸੁਣਵਾਈ ਨਹੀਂ ਹੋ ਰਹੀ ਕਿ ਅਸੀਂ ਦਿਨ ਰਾਤ ਡਿਲੀਵਰੀ ਕੇਸ ਕਰ ਰਹੇ ਹਾਂ, ਐਮਰਜੈਂਸੀ ਡਿਊਟੀਆਂ ਕਰ ਰਹੇ ਹਾਂ। ਕਰੋਨਾ ਵਿੱਚ ਸਾਡੇ ਸਾਰੇ ਸਭ ਤੋਂ ਵੱਧ ਡਿਊਟੀ ਹੁੰਦੀਆਂ। ਜਦ ਤਨਖਾਹ ਦੀ ਗੱਲ ਆਉਂਦੀ ਸਾਨੂੰ ਚੌਥਾ ਹਿੱਸਾ ਮਿਲਦਾ। ਸਾਡੇ ਨਾਲੋਂ ਵੱਧ ਸਾਡੇ ਕਲਾਸ 4 ਤਨਖਾਹਾਂ ਲੈ ਰਹੇ ਨੇ। ਇੰਨੀ ਇਨਫਿਓਰਟੀ ਫੀਲ ਹੁੰਦੀ ਹੈ ਉੱਥੇ ਬੈਠਿਆਂ ਨੂੰ ਕਿ ਸਾਡੀ ਕੋਈ ਰਿਸਪੈਕਟ ਇਸੇ ਕਰਕੇ ਨਹੀਂ ਹੁੰਦੀ ਕਿਉਂਕਿ ਅਸੀਂ ਕੱਚੇ ਹਾਂ ਸਰ। ਇਸ ਲਈ ਸਾਨੂੰ ਬਹੁਤ ਫੇਸ ਕਰਨਾ ਪੈਂਦਾ ਆਪਣੀ ਫੀਲਡ ਵਿੱਚ ਕੰਮ ਕਰਦੇ ਹਾਂ ਸਰ। ਇਸ ਤਰ੍ਹਾਂ ਹੀ ਹੁੰਦਾ, ਅਸੀਂ ਕੱਚੇ ਹਾਂ, ਸਾਡਾ ਵਰਕਲੋਡ ਵੀ ਜ਼ਿਆਦਾ, ਅਸੀਂ ਉਹਨਾਂ ਨੂੰ ਡਬਲ ਕੰਮ ਕਰਦੇ ਹਾਂ। ਕਰੋਨਾ ਵਿੱਚ ਜਿਹੜੇ ਰੈਗੂਲਰ ਸਟਾਫ ਸੀ ਉਹ ਪਿੱਛੇ ਸੀ, ਸਾਨੂੰ ਸਰ ਅੱਗੇ ਕੀਤਾ ਗਿਆ ਵੀ ਅਸੀਂ ਇਸ ਲਈ ਧੱਕਾ, ਸਾਡੇ ਹਰ ਥਾਂ ਧੱਕਾ ਹੁੰਦਾ ਸਰ। ਸਾਡੇ ਨਾਲ ਬਾਹਰ ਸਮਾਜ ਵਿੱਚ ਵੀ ਧੱਕਾ ਹੋ ਰਿਹਾ, ਸਾਡੇ ਵਰਕ ਫੀਲਡ ਵਿੱਚ ਧੱਕਾ ਹੋ ਰਿਹਾ ਕਿਉਂਕਿ ਸਾਨੂੰ ਕੱਚੇ ਕਰਕੇ ਸਾਡੀ ਰਿਸਪੈਕਟ ਹੀ ਖਤਮ ਹੋਈ ਆ। ਨਾ ਤਾਂ ਅਸੀਂ ਕਿਸੇ ਨੂੰ ਕੰਮ ਜੇ ਕਹਿੰਦੇ ਆ, ਸਾਡੇ ਕਲਾਸ ਵਾਰੀ ਸਾਨੂੰ ਮਨਾ ਕਰਦੇ ਜਿਵੇਂ ਕਿ ਸਾਡੇ ਨਾਲ ਕਿ ਦੱਸੀਏ ਕਿ ਅਸੀਂ ਐਜ਼ ਅ ਕ੍ਰਿਮੀਨਲ ਫੀਲ ਕਰਦੇ ਹਾਂ ਕਿ ਸ਼ਾਇਦ ਅਸੀਂ ਕੋਈ ਕ੍ਰਾਈਮ ਕਰਤਾ ਕਿ ਜਿਹਦਾ ਸਾਨੂੰ ਅੰਤ ਹੀ ਨਹੀਂ ਹੋ ਰਿਹਾ। ਕਿ ਇਹ ਕਹਿੰਦੇ ਰੂੜੀ ਦੀ 12 ਸਾਲ ਬਾਅਦ ਸੁਣਵਾਈ ਹੋ ਜਾਂਦੀ, ਸਾਡੀ ਤੇ ਉਹ ਵੀ ਸੁਣਵਾਈ ਨਹੀਂ ਹੈਗੀ ਸਰ। ਮੈਂ ਸਿਰਫ 2 ਜਾਣਿਆਂ ਦੇ ਬਿਆਨ ਇਸ ਕਰਕੇ ਸੁਣਾ ਰਿਹਾ ਕਿਉਂਕਿ ਸਾਰਿਆਂ ਨੂੰ ਸਮੇਟਣਾ ਸੌਖਾ ਨਹੀਂ ਹੈ, ਪਰ ਜੋ ਹਰਜੀਤ ਕੌਰ ਕਹਿ ਰਹੇ ਨੇ ਉਹ ਕਹਾਣੀ ਹੀ ਸਭ ਦੀ ਹੈ। ਇਸੇ ਤਰ੍ਹਾਂ ਦਾ ਦੂਸਰਾ ਵਰਸ਼ਨ ਵੀ ਤੁਹਾਨੂੰ ਸੁਣਾਉਣਾ ਜ਼ਰੂਰੀ ਹੈ। ਸਤਨਾਮ ਜੀ, ਥੋੜ੍ਹਾ ਜਿਹਾ ਆਪਣੇ ਐਕਸਪੀਰੀਅੰਸ ਤੋਂ ਦੱਸੋ ਕਿ ਇਹ ਨੌਕਰੀ ਬਾਰੇ ਕਿਵੇਂ ਪਤਾ ਲੱਗਾ ਸੀ, ਫਿਰ ਤੁਸੀਂ ਇਸ ਨੌਕਰੀ 'ਚ ਕਿਵੇਂ ਆਏ, ਇਹ ਨੌਕਰੀ ਕਰਦੇ ਹੋਏ ਤੁਹਾਡਾ ਕੀ ਐਕਸਪੀਰੀਅੰਸ ਹੋਇਆ, ਅਤੇ ਇਸ ਦੇ ਵਿੱਚ ਜਿਵੇਂ ਦੱਸਿਆ ਜਾ ਰਿਹਾ ਕਿ ਤੁਸੀਂ ਸਾਰੇ ਕੱਚੇ ਮੁਲਾਜ਼ਮ ਹੋ, ਇਹਨੂੰ ਲੈ ਕੇ ਘਰ 'ਚ ਕਿਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਅਤੇ ਉਸ ਦੇ ਵਿੱਚ ਪੂਰੀ ਪ੍ਰੋਸੈਸ ਦਰ ਪ੍ਰੋਸੈਸ ਕੀ ਉਮੀਦ ਹੈ ਤੁਹਾਡੀ? ਹਾਂਜੀ ਸਰ, ਇਸ ਨੌਕਰੀ ਵਿੱਚ ਮੈਂ 2011 ਵਿੱਚ ਇਸ਼ਤਿਹਾਰ ਦੇ ਥਰੂ ਪੇਪਰ ਦੇ ਕੇ ਜਿਸ ਤਰ੍ਹਾਂ ਪੱਕੀ ਭਰਤੀ ਹੁੰਦੀ ਆ ਉਵੇਂ ਆਈ ਅਤੇ ਉਵੇਂ ਹੀ ਸਾਰਾ ਕੁਝ ਹੋਇਆ। ਬਟ ਜਿਹੜੀ ਤਨਖਾਹ ਹੈ ਬਹੁਤ ਘੱਟ ਸੀਗੀ ਅਤੇ ਪਹਿਲਾਂ ਮੈਂ ਐਜ਼ ਅ ਸਟਾਫ ਨਰਸ ਸੀਗੀ। ਹੁਣ CHO ਬਣ ਕੇ ਵੀ ਅਸੀਂ ਕੱਚੇ ਮੁਲਾਜ਼ਮ ਬਣ ਕੇ ਹੀ ਅਸੀਂ ਮਤਲਬ ਕਿ ਸਰਕਾਰ ਦੇ ਵਾਰ-ਵਾਰ ਮਿੰਨਤਾਂ ਕਰ ਰਹੇ ਹਾਂ ਸਾਨੂੰ ਪੱਕੇ ਕਰੋ। ਅਤੇ ਜਿਸ ਤਰ੍ਹਾਂ ਹੁਣ ਕਰੋਨਾ ਚੱਲਿਆ ਉਹਦੇ ਵਿੱਚ ਮੈਂ ਤੁਹਾਨੂੰ ਆਪਣਾ ਇੱਕ ਪਰਸਨਲ ਐਕਸਪੀਰੀਅੰਸ ਦੱਸ ਰਹੀ ਹਾਂ। ਕਰੋਨਾ ਕਰਦੇ ਸਮੇਂ ਜਦੋਂ ਸੈਂਪਲ ਲੈ ਰਹੇ ਸੀਗੇ ਤਾਂ ਸਰ ਮੈਨੂੰ ਪ੍ਰੈਗਨੈਂਸੀ ਦੌਰਾਨ ਵੀ ਕੋਵਿਡ ਹੋ ਗਿਆ। ਉਹਦਾ ਸਰਕਾਰ ਨੇ ਕੋਈ ਮਤਲਬ ਸਾਨੂੰ ਕੋਈ ਮੈਡੀਕਲ ਪੱਤਾ ਨਹੀਂ ਹੈਗਾ, ਕੁਛ ਨਹੀਂ ਹੈਗਾ, ਅਸੀਂ ਖੁਦ ਆਪਣਾ ਇਲਾਜ ਆਪ ਕਰਵਾਇਆ। ਤੇ ਤੁਸੀਂ ਸੋਚ ਹੀ ਸਕਦੇ ਹੋ ਵੀ ਕੱਚੇ ਮੁਲਾਜ਼ਮਾਂ ਦਾ ਕੀ ਹਾਲ ਆ। ਇਸੇ ਤਰ੍ਹਾਂ ਹਰਪਾਲ ਸਿੰਘ ਸੋਢੀ ਹੋਣਾ ਤੋਂ ਇਹ ਐਕਸਪੀਰੀਅੰਸ ਸੁਣਾਂਗੇ। ਸੋਢੀ ਸਾਹਿਬ, ਕਰੋਨਾ ਦੇ ਦੌਰਾਨ ਤੁਹਾਡੇ NHM ਕਾਮਿਆਂ ਨੇ ਕਿਸ ਤਰ੍ਹਾਂ ਦਾ ਕੰਮ ਕੀਤਾ ਜਾਂ ਤੁਹਾਡਾ ਐਕਸਪੀਰੀਅੰਸ ਕਿਹੋ ਜਿਹਾ ਸੀ, ਉਸ ਦੇ ਬਾਰੇ ਦੱਸੋ। ਜਦੋਂ ਕਰੋਨਾ ਸ਼ੁਰੂ ਦੇ ਵਿੱਚ ਆਇਆ, ਇੰਨੀ ਦਹਿਸ਼ਤ ਸੀ ਸਰਕਾਰ ਲੋਕਾਂ ਪ੍ਰਤੀ, ਤੇ ਸਰਕਾਰ ਨੇ ਕਿਹਾ ਵੀ ਬਹੁਤ ਭਿਆਨਕ ਇੱਕ ਵਾਇਰਸ ਆ ਰਿਹਾ, ਉਹਨੂੰ ਕੰਟਰੋਲ ਕਰਨ ਵਾਸਤੇ ਜਿਹੜਾ ਸਾਡਾ ਨੈਸ਼ਨਲ ਹੈਲਥ ਮਿਸ਼ਨ ਦਾ ਕਰਮਚਾਰੀ ਸੀ ਉਹ ਕਾਫੀ ਮਿਹਨਤੀ ਹੈ। ਤੇ ਸਾਰੇ ਜਿੰਨੇ ਵੀ ਮੇਨ ਕੰਮ ਸੀ, ਜਿਵੇਂ ਫਲੂ ਕਾਰਨਰ, ਆਈਸੋਲੇਸ਼ਨ ਵਾਰਡ ਜਿੱਥੇ ਮਰੀਜ਼ਾਂ ਨੂੰ ਰੱਖਿਆ ਜਾਂਦਾ ਸੀ, ਉੱਥੋਂ ਉਹਨਾਂ ਦੀ ਸੇਵਾ ਸੰਭਾਲ ਤੇ ਵੀ ਸਾਡੇ ਕਰਮਚਾਰੀ ਨੂੰ ਲਾਇਆ ਗਿਆ ਉਹਨਾਂ ਦੇ ਇਲਾਜ ਦੌਰਾਨ। ਠੀਕ ਹੈ, ਤੇ ਉਸ ਸਮੇਂ ਜਿਹੜਾ ਤਜਰਬਾ ਇਹ ਵੇਖਣ ਨੂੰ ਆਇਆ ਵੀ ਜਿਹੜੀਆਂ ਸਾਡੀਆਂ ਮਹਿਲਾਵਾਂ ਕਰਮਚਾਰੀਆਂ ਸਨ, ਕਿਉਂਕਿ ਚਾਹੇ ਮੇਲ ਸੀ ਚਾਹੇ ਫੀਮੇਲ, ਜਿਹਨੂੰ ਵੀ ਮਰੀਜ਼ਾਂ ਦਾ ਇਲਾਜ ਦੇ ਦੌਰਾਨ ਆਈਸੋਲੇਸ਼ਨ ਵਾਰਡ ਦੇ ਵਿੱਚ ਲਾਇਆ ਗਿਆ ਸੀ ਡਿਊਟੀ ਤੇ, ਉਹ ਡਰਦਾ ਮਹੀਨਾ ਆਪਣੇ ਬੱਚਿਆਂ ਦੇ ਕੋਲ, ਘਰ ਬਜ਼ੁਰਗ ਪੇਰੈਂਟਸ ਹੈ, ਮਾਤਾ ਪਿਤਾ ਹੈ, ਵੀ ਕਿਤੇ ਮੈਂ ਇਨਫੈਕਸ਼ਨ ਘਰੇ ਨਾ ਲੈ ਜਾ, ਕਿਤੇ ਉਹ ਇਸ ਚੀਜ਼ ਦਾ ਸ਼ਿਕਾਰ ਨਾ ਹੋ ਜਾਣ, ਉਹ ਮੌਤ ਦੇ ਮੂੰਹ ਨਾ ਚਲੇ ਜਾਣ। ਜਾਣੀ ਕਿ ਮਹੀਨਾ ਬੱਚਿਆਂ ਦੇ ਕੋਲ ਜਾਣਾ, ਮਾਤਾ ਪਿਤਾ ਕੋਲ ਜਾਣਾ, ਉਹਨਾਂ ਦਾ ਮੂੰਹ ਵੇਖਣਾ ਬੜਾ ਹੋ ਜਾਂਦਾ ਸੀ। ਫਿਰ ਦੂਜੀ ਦਿੱਕਤ ਸਾਡੇ ਕਰਮਚਾਰੀ ਨੂੰ ਇਹ ਵੀ ਆਈ, ਕਿਉਂਕਿ ਠੇਕਾ ਕਰਮਚਾਰੀ ਹੈ, ਉੱਕਾ ਪੁੱਕਾ ਤਨਖਾਹ ਤੋਂ ਇਲਾਵਾ ਨਾ ਤਾਂ ਕੋਈ ਮੈਡੀਕਲ ਹੈ, ਨਾ ਕੋਈ ਇਲਾਜ ਦਾ ਪੈਸਾ ਹੈ, ਨਾ ਕੋਈ TA ਹੈ, ਨਾ ਕੋਈ D ਹੈ, ਕੁਛ ਨਹੀਂ ਹੈਗਾ। ਉਦੋਂ ਗੱਡੀਆਂ ਬੰਦ ਹੋ ਗਈਆਂ, ਟ੍ਰੇਨ ਤੇ ਬੱਸਾਂ ਬੰਦ ਹੋ ਗਈਆਂ, ਕਿਉਂਕਿ ਸਾਡਾ ਜਿਹੜਾ ਮੋਸਟਲੀ ਸਟਾਫ ਹੈ ਘੱਟ ਤਨਖਾਹ ਵਾਲਾ ਹੈ। ਇਹ ਤਾਂ ਹੈ ਨਹੀਂ ਕੋਈ ਆਪਣਾ ਕੋਈ ਵਹੀਕਲ ਤੇ ਆ ਰਿਹਾ ਜਾਂ ਕੋਈ ਉਹਦੇ ਕੋਲ ਗੱਡੀ ਹੈ, ਉਹ ਆਉਣਾ ਤਾਂ ਉਹਨਾਂ ਨੇ ਬੱਸਾਂ ਟ੍ਰੇਨਾਂ ਰਹੀਆਂ। ਜਦੋਂ ਇਹ ਬੰਦ ਹੋਈਆਂ ਉਸ ਸਮੇਂ ਬੜੀ ਦਿੱਕਤ ਆਈ। ਇੱਕ 10,000 ਵਾਲਾ ਬੰਦਾ ਜਦੋਂ ਉਹ 100 ਕਿਲੋਮੀਟਰ ਤੋਂ ਆਉਂਦਾ ਸੀ, ਚਾਹੇ ਉਹ ਜਿਹੜੀ ਮਹਿਲਾ ਕਰਮਚਾਰਨ ਸੀ, ਉਹਨੂੰ ਤਾਂ ਨਾ ਤਾਂ ਐਕਟਿਵਾ ਇੰਨਾ ਲੰਬੇ ਸਮੇਂ ਤੇ ਚਲਾ ਸਕਦੀ, ਨਾ ਬੱਸ ਤੇ, ਉਹਨਾਂ ਨੂੰ ਕਿਰਾਏ ਤੇ ਜਾਂ ਡਰਾਈਵਰ ਲੈ ਕੇ ਗੱਡੀ ਤੇ ਆਉਣਾ ਪੈਂਦਾ ਸੀ ਡਿਊਟੀ ਦੌਰਾਨ। ਔਰ ਡਿਊਟੀ ਤੋਂ ਇਨਕਾਰ ਵੀ ਨਹੀਂ ਸੀ ਕਰ ਸਕਦੇ, ਡਿਊਟੀ ਮਤਲਬ ਹਾਰਡ ਸੀ ਵੀ ਕਰਨੀ ਹੋ ਸੀਗੀ। ਮਤਲਬ ਜਿੰਨੀ ਤਨਖਾਹ ਸੀ ਉਹ ਤੋਂ ਡਬਲ ਉਹਨਾਂ ਸਾਡੇ ਕਰਮਚਾਰੀਆਂ ਨੇ ਪੈਸਾ ਇਹਦੇ ਵਿੱਚ ਲਗਾਇਆ ਕਿ ਕਿਰਾਇਆ ਆਪਣੀ ਗੱਡੀ ਤੇ ਜਾਂ ਤੇਲ ਤੇ, ਪਰ ਸਰਕਾਰ ਨੇ ਇਹ ਚੀਜ਼ ਨਹੀਂ ਵੇਖੀ, ਉਹ ਜੇਬ 'ਚੋਂ ਲੱਗਿਆ। ਤੀਸਰਾ ਫੇਸ ਕੀਤਾ ਜਦੋਂ ਮੰਨ ਲਓ ਸਾਡਾ ਨੈਸ਼ਨਲ ਹੈਲਥ ਮਿਸ਼ਨ ਦਾ ਕੋਈ ਵੀ ਕਰਮਚਾਰੀ ਜਦੋਂ ਉਹਨੂੰ ਕਰੋਨਾ ਹੋ ਜਾਂਦਾ ਸੀਗਾ, ਰੈਗੂਲਰ 'ਚ ਸਹੂਲਤਾਂ ਹੈਗੀਆਂ ਵੀ ਉਹਨਾਂ ਦੇ ਜਿਹੜਾ ਟ੍ਰੀਟਮੈਂਟ ਆ VIP ਹਸਪਤਾਲਾਂ 'ਚ ਵੀ ਹੁੰਦਾ, ਫ੍ਰੀ ਹੁੰਦਾ, ਚਾਹੇ ਉਹ ਵੱਡੇ ਜਿੰਨੇ ਵੀ ਸਾਡੇ ਪੰਜਾਬ ਦੇ ਹਸਪਤਾਲ ਹੈ ਪ੍ਰਾਈਵੇਟ, ਜਿੱਥੇ VIP ਟ੍ਰੀਟਮੈਂਟ ਮਿਲਦਾ, ਉੱਥੇ ਰੈਗੂਲਰ ਕਰਮਚਾਰੀ ਨੂੰ ਤਾਂ ਫ੍ਰੀ ਮਿਲਦਾ। ਪਰ ਜਿਹੜਾ ਠੇਕੇ ਵਾਲਾ ਮੁਲਾਜ਼ਮ ਹੈ, ਨੈਸ਼ਨਲ ਹੈਲਥ ਮਿਸ਼ਨ ਦਾ ਕਰਮਚਾਰੀ, ਉਹਨੂੰ ਐਡੇ ਮਹਿੰਗੇ ਹਸਪਤਾਲਾਂ 'ਚ ਜਾਂ ਵਧੀਆ ਹਸਪਤਾਲਾਂ 'ਚ ਇਲਾਜ ਦੀ ਸਹੂਲਤ ਨਹੀਂ ਹੈ, ਨਾ ਤਾਂ ਸਰਕਾਰ ਚੱਕਦੀ ਆ ਉਹਦਾ ਖਰਚਾ, ਤੇ ਨਾ ਹੀ ਉਹ ਬੰਦਾ 10,000 ਵਾਲਾ ਉਹ ਜੇਬ 'ਚੋਂ
ਪੇ ਕਰ ਸਕਦਾ ਹੈ। ਮਜਬੂਰਨ ਉਹਨੂੰ ਸਰਕਾਰੀ ਜਿਹੜਾ ਵੀ ਇਹਨਾਂ ਨੇ ਸਰਕਾਰ ਨੇ ਹਸਪੀਟਲ ਸਰਕਾਰੀ ਲਾਇਆ ਸੀ ਉੱਥੇ ਹੀ ਸਾਡੇ ਮੁਲਾਜ਼ਮਾਂ ਨੂੰ ਰੱਖਿਆ ਜਾਂਦਾ ਸੀ। ਉਸ ਦੌਰਾਨ ਸਾਡੇ ਮੁਲਾਜ਼ਮ 2-3 ਦੀ ਤਾਂ ਡੈਥ ਵੀ ਹੋਈ ਆ ਮਤਲਬ ਕਰੋਨਾ ਦੇ ਵਿੱਚ, ਪਰ ਸਰਕਾਰ ਵੱਲੋਂ ਮਤਲਬ ਐਦਾਂ ਦਾ ਕੋਈ ਵੀ ਉਹ ਨਹੀਂ ਦਿੱਤਾ ਗਿਆ ਉਹਨੂੰ। ਮਨੀਸ਼ ਜੀ ਵੀ ਨੇ, ਉਹ ਵੀ ਆਪਣਾ ਵਿਚਾਰ ਦੇਣਾ ਚਾਹਣਗੇ। ਸਤਿ ਸ਼੍ਰੀ ਅਕਾਲ ਜੀ ਸਰ। ਮੈਂ ਇਸ ਮੈਸੇਜ ਆਪ ਜੀ ਦੇ ਚੈਨਲ ਦੇ ਥਰੂ ਗੌਰਮੈਂਟ ਨੂੰ ਇਹ ਕਹਿਣਾ ਚਾਹੁੰਦਾ ਵੀ ਜਦੋਂ ਅਸੀਂ ਸਰਵਿਸ 'ਚ ਆਏ ਤਾਂ ਸਾਡੇ ਮਾਪੇ ਨੇ ਸਾਨੂੰ ਪੜ੍ਹਾ ਲਿਖਾ ਕੇ ਪੂਰੀਆਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਸਾਨੂੰ ਵੀ ਇੱਕ ਚਾਅ ਦੇ ਤੌਰ ਤੇ ਗੌਰਮੈਂਟ ਸੈਕਟਰ 'ਚ ਭੇਜਿਆ। ਗੌਰਮੈਂਟ ਸੈਕਟਰ 'ਚ ਆਉਣ ਦਾ ਮੁੱਦਾ ਕੀ ਹੁੰਦਾ ਵੀ ਇੱਕ ਗੌਰਮੈਂਟ ਦੀ ਸਹੂਲਤ ਮਿਲਦੀ ਹੈ ਜਿਸ 'ਚ ਅਸੀਂ ਆਪਣੀ ਇਮਾਨਦਾਰੀ ਨਾਲ ਕੰਮ ਕਰਦੇ ਹਾਂ ਤੇ ਸਾਨੂੰ ਉਹਦਾ ਪੂਰਾ ਮਿਹਨਤਾਂ ਨਾਲ ਮਿਲਦਾ। ਪਰੰਤੂ ਹੋਇਆ ਕੀ, ਸਾਨੂੰ ਗੌਰਮੈਂਟ ਵੱਲੋਂ ਇੱਕ ਨਿਗੌਣੀ ਜੀ ਤਨਖਾਹ ਉੱਤੇ ਰੱਖ ਲਿੱਤਾ ਗਿਆ ਤੇ ਨਿਗੌਣੀ ਤਨਖਾਹ ਦੇ ਉੱਪਰ ਕੰਮ ਪੂਰਾ ਲਿੱਤਾ ਜਾਂਦਾ। ਜਦੋਂ ਕਿ ਇੱਕ ਨਾਰਮਲ ਕਲਰਕ ਗੌਰਮੈਂਟ ਦਾ ਰੈਗੂਲਰ ਕਲਰਕ 40-50 ਹਜ਼ਾਰ ਤਨਖਾਹ ਲੈਂਦਾ ਤਾਂ ਸਾਨੂੰ 10 ਹਜ਼ਾਰ 'ਤੇ ਭਰਤੀ ਕੀਤਾ ਜਾਂਦਾ। ਉਹਦੇ ਨਾਲ ਹੁੰਦਾ ਕੀ ਹੈ, ਕੰਮ ਅਸੀਂ ਉਨਾ ਹੀ ਕਰਦੇ ਹਾਂ। ਉਹਨਾਂ ਕੋਲ ਅੱਜ ਦੀ ਡੇਟ 'ਚ ਕੰਮ ਨਹੀਂ ਹੈਗਾ ਸਰਕਾਰੀ ਵਾਲਿਆਂ ਕਿਉਂਕਿ ਉਹ ਜ਼ਿਆਦਾਤਰ ਕਿਸੇ ਨਾ ਕਿਸੇ ਕਲੈਰੀਕਲ ਡੀਲ ਨੂੰ ਜਾਂ ਕਲਰਕ ਨੂੰ ਟਾਈਪ ਕਹਿੰਦਾ ਮਤਲਬ ਇੱਕ ਸਟਾਫ ਨਰਸਾਂ ਦਾ ਕੈਟਰ ਲੈ ਲਿਆ, ਡਾਕਟਰਾਂ ਦਾ ਕੈਟਰ ਲੈ ਲਿਆ, ਉਹਨਾਂ ਨੂੰ ਡੀਲ ਕਰ ਰਹੇ ਆ। ਸਾਨੂੰ ਹਰ ਤਰ੍ਹਾਂ ਦੀ ਡੀਲਿੰਗ ਕਰਨੀ ਪੈਂਦੀ ਹੈ ਕਿਉਂਕਿ ਸਾਰਾ ਪੈਸਾ ਸਾਡੇ ਕੋਲ ਆ ਜਾਂਦਾ ਗੌਰਮੈਂਟ ਦੇ। ਦੇਖੋ ਗੌਰਮੈਂਟ ਪੈਸਾ ਦੇ ਰਹੀ ਹੈ, ਅਸੀਂ ਇਹ ਨਹੀਂ ਕਹਿੰਦੇ, ਪਰ ਸਾਡੀ ਤਨਖਾਹ ਦੇ ਟਾਈਮ ਤੇ ਗੌਰਮੈਂਟ ਕੋਲ ਪੈਸਾ ਨਹੀਂ ਹੈਗਾ। ਮੈਂ ਤੁਹਾਨੂੰ ਇੱਕ ਛੋਟਾ ਜਿਹਾ ਕਿੱਸਾ ਸੁਣਾਉਣਾ ਚਾਹੁੰਦਾ। NLEP ਵਿੱਚ ਸਾਡੇ 2 ਵਰਕਰ ਕੰਮ ਕਰਦੇ ਆ, ਇੱਕ ਡਰਾਈਵਰ ਸੀ ਤੇ ਇੱਕ NMS ਤੇ। ਉਹ ਵਿਚਾਰਿਆਂ 'ਚ ਹੋਇਆ ਕਿ ਜਦੋਂ ਥੋੜ੍ਹਾ ਟਾਈਮ ਨਿਕਲਿਆ 2008 ਜਾਂ 9 ਦੀ ਗੱਲ ਹੈ, ਅਗਲੇ ਦਿਨ ਚਿੱਠੀ ਆ ਗਈ ਵੀ ਡਰਾਈਵਰਾਂ ਦੀ ਪੋਸਟਾਂ ਖਤਮ ਕਰ ਦਿੱਤੀਆਂ ਗਈਆਂ। 2005 ਤੋਂ ਬੰਦਾ ਭਰਤੀ ਸੀ, ਉਹ 2015 ਚ ਆ ਕੇ ਉਹਨੂੰ ਅਗਲੇ ਦਿਨ ਹੀ ਰਿਲੀਵ ਕਰਤਾ। ਮੈਂ ਇਹ ਕਹਿਣਾ ਚਾਹੁੰਦਾ ਜੇਕਰ ਬੰਦਾ ਇੱਕ ਸਰਕਾਰੀ ਜੌਬ ਦਾ ਮੋਹ ਨਾ ਕਰੇ, ਇੱਕ ਕਰਿਆਨੇ ਦੀ ਦੁਕਾਨ ਕਰ ਲਵੇ ਤਾਂ ਉਹ 15 ਸਾਲਾਂ 'ਚ ਘੱਟੋ ਘੱਟ ਇੱਕ 100 ਬੰਦੇ ਦੀ ਤਾਂ ਆਪਣੀ ਦੁਕਾਨਦਾਰੀ ਜੋੜ ਲੈਂਦਾ ਤਾਂ ਕਿ ਉਹ ਸਾਰੀ ਜ਼ਿੰਦਗੀ ਉਹਦੇ ਸਿਰ ਤੇ ਰੋਟੀ ਖਾਂਦਾ ਰਹੇ। ਉਹਨਾਂ ਨੇ ਅਗਲੇ ਦਿਨ ਹੀ ਉਹ ਬੰਦਾ ਭੇਜਤਾ ਜਦੋਂ ਕਿ ਪੰਜਾਬ 'ਚ ਸਿਰਫ ਵੱਧ ਤੋਂ ਵੱਧ 10 ਜਾਂ 12 ਬੰਦੇ ਉਸ ਪੋਸਟ ਤੇ ਕੰਮ ਕਰਦੇ ਤੇ। ਤਾਂ ਉਹਨਾਂ ਦੇ ਬੱਚਿਆਂ ਦਾ ਕੀ ਬਣਿਆ ਹੋਣਾ। ਅੱਜ ਦੀ ਡੇਟ 'ਚ ਗੌਰਮੈਂਟ ਸਾਨੂੰ ਇੰਨੀ ਤਨਖਾਹ ਨਹੀਂ ਦਿੰਦੀ ਵੀ ਅਸੀਂ ਇਹਦੇ ਨਾਲ ਅੱਜ ਦਾ ਆਪਣਾ ਪਾਲਣ ਪੋਸ਼ਣ ਕਰ ਲਈਏ। ਜੇ ਸਾਡੀ ਤਨਖਾਹ 20,000 ਹੈ ਤਾਂ ਸਾਡੇ ਖਰਚੇ 25-30 ਹਜ਼ਾਰ ਹੈ ਘੱਟੋ ਘੱਟ, ਕਿਉਂਕਿ ਮਹਿੰਗਾਈ ਤਾਂ ਦੁੱਗਣੀ ਤੋਂ ਤਿੱਗਣੀ ਤਰੀਕੇ ਨਾਲ ਵਧੀ, ਤਨਖਾਹ ਤਾਂ ਉਸ ਹਿਸਾਬ ਨਾਲ ਵਧੀ ਨਹੀਂ ਹੈ। ਜੇ ਗੌਰਮੈਂਟ ਸਾਨੂੰ ਅੱਜ ਪੂਰੀ ਤਨਖਾਹ ਦੇਵੇ, ਪੂਰੀ ਤਨਖਾਹ ਦਾ ਮਤਲਬ ਹੈ ਦੇਖੋ ਨਾ ਤਾਂ ਸਾਨੂੰ ਪੈਨਸ਼ਨ ਮਿਲਣੀ ਹੈ, ਠੀਕ ਹੈ ਜੀ, ਨਾ ਅੱਜ ਪੂਰੀ ਤਨਖਾਹ ਦੇ ਰਹੀ ਹੈ। ਜਦੋਂ ਅਸੀਂ 58 'ਚ ਰਿਟਾਇਰ ਹੋਵਾਂਗੇ, ਜੇ ਮੇਰੀ ਉਮਰ ਅੱਜ 38 ਸਾਲ ਹੈ ਤਾਂ ਮੇਰੇ ਬੱਚੇ ਮੇਰੇ ਹਿਸਾਬ ਨਾਲ 25 ਜਾਂ 26 ਸਾਲ ਦੇ ਹੋਣਗੇ। ਨਾ ਤਾਂ ਮੇਰੇ ਕੋਲ ਇੰਨਾ ਪੈਸਾ ਹੋਊਗਾ ਉਸ ਟਾਈਮ 'ਚ ਵੀ ਮੈਂ ਇਹਨਾਂ ਨੂੰ ਇੱਕ ਅੱਛੀ ਐਜੂਕੇਸ਼ਨ ਦੇ ਸਕਾਂ ਜਾਂ ਉਹਨਾਂ ਦੇ ਵਿਆਹ ਲਈ ਕਰ ਸਕਾਂ। ਜੇ ਮੈਂ ਕਿਤੋਂ ਰੁਪਈਆ ਜੋੜ ਕੇ ਆਪਣੇ ਆਪ ਨੂੰ ਘੁੱਟਦੇ ਹੋਏ, ਦੇਖੋ ਅੱਜ ਦੇ ਟਾਈਮ 'ਚ ਬੰਦਾ ਆਪਣੇ ਖਰਚੇ ਹੀ ਘਟਾਉਂਦਾ ਜਾ ਰਿਹਾ ਹੈ, ਇਨਕਮ ਤਾਂ ਵੱਧ ਨਹੀਂ ਰਹੀ। ਜਿਹੜਾ ਦੁੱਧ ਅਸੀਂ 25 ਰੁਪਏ ਕਿਲੋ ਲੈਂਦੇ ਤੇ ਅੱਜ 55 ਜਾਂ 60 ਰੁਪਏ ਹੋ ਚੁੱਕਾ। ਤਨਖਾਹ ਕਿੰਨੀ ਵਧੀ ਹੈ, ਸਿਰਫ 1000 ਜਾਂ 2000 ਰੁਪਈਆ। ਤਾਂ ਉਸ ਟਾਈਮ 'ਤੇ ਅੱਗੇ ਅਸੀਂ ਕੀ ਕਰਾਂਗੇ। ਜੇ ਗੌਰਮੈਂਟ ਸਾਨੂੰ ਅੱਜ ਬਰਾਬਰ ਦੇ ਤਨਖਾਹ, ਬਰਾਬਰ ਦਾ ਮਤਲਬ ਹੈ ਵੀ ਜਿਸ ਪੋਸਟ ਤੇ ਮੈਂ ਕੰਮ ਕਰ ਰਿਹਾ ਉਸ ਪੋਸਟ ਦੇ ਅਗੇਂਸਟ ਜੇ ਕੋਈ ਇੱਕ ਰੈਗੂਲਰ ਕਲਰਕ ਕਰ ਰਿਹਾ ਤਾਂ ਸਾਡੀ ਤਨਖਾਹ 'ਚ 25-30 ਹਜ਼ਾਰ ਦਾ ਫਰਕ ਹੈ। ਚਲੋ ਮੈਂ ਆਪਣੀ ਤਨਖਾਹ ਦੇ ਹਿਸਾਬ ਨਾਲ ਆਪਣੇ ਖਰਚੇ ਮੈਨੇਜ ਕੀਤੇ ਹੋਏ। ਜੇ ਮੈਨੂੰ ਥੋੜਾ ਵੱਧ ਮਿਲੂਗਾ ਤਾਂ ਮੈਂ ਆਪਣੇ ਬੱਚਿਆਂ ਲਈ ਵੀ ਸਿਕਿਉਰ ਕਰੂੰਗਾ, ਆਪਣੇ ਬਜ਼ੁਰਗ ਮਾਤਾ ਪਿਤਾ ਲਈ ਵੀ ਸਿਕਿਉਰ ਕਰਾਂਗਾ, ਤਾਂ ਕਿ ਜੇ ਮੈਨੂੰ 58 ਸਾਲ ਤੇ ਰਿਟਾਇਰਮੈਂਟ ਹੋਣਾ ਹੋਵੇ ਨਾ ਤਾਂ ਮੈਨੂੰ ਪੈਨਸ਼ਨ ਮਿਲਣੀ ਹੈ, ਨਾ ਗੌਰਮੈਂਟ ਨੇ ਸਾਨੂੰ ਗ੍ਰੈਜੂਟੀ ਦੇਣੀ ਹੈ, ਸਾਡੇ ਹੱਥ ਪੱਲੇ 'ਚ ਕੁਝ ਨਹੀਂ ਹੋਣਾ। ਤਾਂ ਉਹ ਛੋਟਾ ਜੋੜਦੇ ਹੋਏ ਮੈਂ ਇੱਕ ਇੰਨਾ ਕੁ ਆਪਣਾ ਮੈਨੇਜ ਕਰ ਲਾਂਗਾ ਕਿਉਂਕਿ ਮੈਂ ਵੀ ਬੁਢਾਪਾ ਕੱਟਣਾ ਕਰ ਲੂੰ। ਤੁਸੀਂ ਤਾਂ ਅਗਲੇ ਦਿਨ ਕਹਿ ਦੇਣਾ ਜੀ ਤੁਸੀਂ ਜਾਓ, ਤੇ ਅਗਲੇ ਦਿਨ ਮੈਂ ਕੀ ਕਰਦਾ ਹੋਵਾਂਗਾ। ਮੇਰੇ ਕੋਲ ਤਾਂ ਕੋਈ ਨਾ ਕੰਮ ਹੋਣਾ ਹੈ ਨਾ ਕਾਰ ਹੋਣਾ। ਤੁਹਾਨੂੰ ਮੈਂ ਆਪਣਾ ਐਕਸਪੀਰੀਅੰਸ ਦੱਸਦੀ ਹੈਗੀ ਹਾਂ ਕਿ ਮੈਂ ਖੁਦ ਮਤਲਬ ਹਰ ਉਹਦੇ ਵਿੱਚ ਚਾਹੇ ਹੋਮ ਆਈਸੋਲੇਸ਼ਨ ਸੀ, ਚਾਹੇ ਉਹ ਸੈਂਪਲਿੰਗ ਸੀ, ਚਾਹੇ ਫਲੂ ਕਾਰਨਰ ਸੀ, ਸਾਰੇ ਵਿੱਚ ਮੈਂ ਡਿਊਟੀ ਕੀਤੀ। ਔਰ ਕੋਵਿਡ ਉਹਦੇ ਦੌਰਾਨ ਡਿਊਟੀ ਦੇ ਦੌਰਾਨ ਮੈਂ 2 ਵਾਰ ਕੋਵਿਡ ਪੋਜ਼ਿਟਿਵ ਆਈ ਹੈਗੀ ਹਾਂ। ਤੇ ਕੋਵਿਡ ਪੋਜ਼ਿਟਿਵ ਆਉਣ ਦੇ ਮੈਂ ਪੋਜ਼ਿਟਿਵ ਆਈ ਤਾਂ ਉਹ ਤੋਂ ਬਾਅਦ ਮੇਰੇ ਬੱਚੇ ਵੀ ਪੋਜ਼ਿਟਿਵ ਆ ਗਏ। ਤੁਸੀਂ ਉਹ ਦੇਖੋ ਵੀ ਮੇਰਾ ਮਤਲਬ ਉਹ ਮੇਰੇ ਲਈ ਟਾਈਮ ਪੀਰੀਅਡ ਉਹ ਕਿੱਦਾਂ ਦਾ ਸੀਗਾ। ਬਹੁਤ ਮਤਲਬ ਸੋਚ ਕੇ ਵੀ ਡਰ ਲੱਗਦਾ। ਬਟ ਮੈਂ ਜਿਵੇਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਸਰਕਾਰ ਨੇ ਸਾਨੂੰ ਉਸ ਟਾਈਮ ਕਿਸੇ ਤਰ੍ਹਾਂ ਦੀ ਕੋਈ ਹੈਲਪ ਨਹੀਂ ਕੀਤੀ ਹੈਗੀ ਤੇ ਨਾ ਹੀ ਸਾਨੂੰ ਕੋਈ ਮਤਲਬ ਇਹਦਾ ਕੋਈ ਬੈਨੀਫਿਟ ਦਿੱਤਾ ਹੈਗਾ। ਤੇ ਸਾਡੀ ਸਰਕਾਰ ਤੋਂ ਇਹੀ ਮੰਗ ਆ ਵੀ ਅਸੀਂ ਮਤਲਬ ਹੁਣ ਇੰਨੇ ਸਾਲ ਤੋਂ ਕੱਚੇ ਮਤਲਬ ਕੰਟਰੈਕਟ ਤੇ ਕੰਮ ਕਰ ਰਹੇ ਹੈਗੇ ਆ ਵੀ ਸਾਨੂੰ ਸਰਕਾਰ ਪੱਕੇ ਕਰ ਦੇਵੇ। ਇਹ ਇਕੱਲਾ ਇਸ ਤਰ੍ਹਾਂ ਦਾ ਵੀ ਮਸਲਾ ਨਹੀਂ ਬਣ ਜਾਂਦਾ ਕਿ ਸਟੇਟ ਦੀ ਇੱਕ ਮਸ਼ੀਨਰੀ ਨੂੰ ਕਿਵੇਂ ਆਰਗੇਨਾਈਜ਼ ਕਰਨਾ ਆ। ਇਹ ਉਸ ਤੋਂ ਉੱਪਰ ਇਹ ਮਸਲਾ ਬਣ ਜਾਂਦਾ ਕਿ ਇੱਕ ਹਿਊਮਨ ਵੈਲਿਊ ਸਰਕਾਰ ਦੇ ਲਈ ਮਹੱਤਵਪੂਰਨ ਹੈ ਜਾਂ ਨਹੀਂ ਹੈ। ਜਦੋਂ ਇਸ ਕਨਸਟੀਟਿਊਸ਼ਨ ਦਾ ਨਿਰਮਾਣ ਹੁੰਦਾ ਹੈ, ਜਦੋਂ ਇੱਕ ਦੇਸ਼ ਦੀ ਗਵਰਨੈਂਸ ਬੋਡੀ ਕੰਮ ਕਰਦੀ ਹੈ ਤੇ ਉਹਦੇ ਵਿੱਚ ਇਹੋ ਹੁੰਦਾ ਹੈ ਕਿ ਉਹਦਾ ਲੋਕ ਕਲਿਆਣਕਾਰੀ ਕਦਮ ਕੀ ਹੈ। ਲੋਕ ਕਲਿਆਣਕਾਰੀ ਕਦਮ ਦੇ ਵਿੱਚ ਇਹ ਹੁੰਦਾ ਹੈ ਕਿ ਉਹਦੇ ਘਰ ਜਿਹੜਾ ਉਹਦਾ ਨਾਗਰਿਕ ਹੈ ਉਹਦੇ ਘਰ ਰੋਟੀ ਪੱਕਦੀ ਉਹ ਯਕੀਨੀ ਬਣਾ ਰਹੇ ਆ ਜਾਂ ਨਹੀਂ ਬਣਾ ਰਹੇ, ਕਿ ਉਹ ਆਉਣ ਵਾਲੇ ਭਵਿੱਖ ਦੇ ਲਈ ਉਹਨਾਂ ਦੇ ਬੱਚਿਆਂ ਦੀ, ਉਹਨਾਂ ਦੇ ਪਰਿਵਾਰ ਦੀ ਬੁਨਿਆਦ ਨੂੰ ਯਕੀਨੀ ਬਣਾ ਰਹੇ ਨੇ ਜਾਂ ਨਹੀਂ ਬਣਾ ਰਹੇ।
ਜੇ ਇਹਨਾਂ ਗੱਲਾਂ ਨੂੰ ਲੈ ਕੇ ਸਰਕਾਰ ਨਹੀਂ ਸੋਚਦੀ ਅਤੇ ਸਿਰਫ ਇੱਕ ਚੁਣਾਵੀ ਸਟੰਟ ਬਣ ਕੇ ਰਹਿ ਜਾਂਦਾ ਹੈ, ਫਿਰ ਚਰਨਜੀਤ ਸਿੰਘ ਚੰਨੀ ਤੋਂ ਬਾਅਦ ਕੋਈ ਹੋਰ ਮੁੱਖ ਮੰਤਰੀ ਵੀ ਆਵੇਗਾ, ਉਹਦੀ ਪ੍ਰੋਸੈਸ ਵੀ ਉਸੇ ਤਰ੍ਹਾਂ ਹੋਵੇਗੀ ਅਤੇ ਅਸੀਂ ਉਸੇ ਤਰ੍ਹਾਂ ਉਹਨਾਂ ਦੇ ਗੁਣਗਾਨ ਕਰਦੇ ਹੋਏ ਫੇਸਬੁੱਕ ਤੇ ਪੋਸਟਾਂ ਪਾਵਾਂਗੇ। ਰਾਸ਼ਟਰੀ ਸਿਹਤ ਮਿਸ਼ਨ ਜਿਹੜਾ ਹੈਗਾ ਇਹ 2005 ਵਿੱਚ ਸ਼ੁਰੂ ਹੋਇਆ ਸੀ, ਪਰ ਜੇਕਰ ਇਹਦੀ ਭਰਤੀ ਦੀ ਗੱਲ ਕਰੀਏ ਤਾਂ ਭਰਤੀ ਇਹਦੀ 2008 ਦੇ ਵਿੱਚ ਸ਼ੁਰੂ ਹੋਈ ਸੀ। ਉਦੋਂ 2008 ਦੇ ਵਿੱਚ ਭਰਤੀ ਹੋਈ, ਉਸ ਤੋਂ ਬਾਅਦ 2011 ਦੇ ਵਿੱਚ ਭਰਤੀਆਂ ਹੋਈਆਂ, ਫਿਰ 2014 ਦੇ ਵਿੱਚ ਹੋਈਆਂ, ਫਿਰ 2016 ਦੇ ਵਿੱਚ ਹੋਈਆਂ, 2018 'ਚ, 2019 'ਚ, 2021 'ਚ ਵੀ ਇਹ ਕੰਟੀਨਿਊ ਪ੍ਰੋਸੈਸ ਚੱਲਦਾ ਆ ਰਿਹਾ। ਤੇ ਜਦੋਂ ਸ਼ੁਰੂਆਤ ਹੋਈ ਸੀ ਉਦੋਂ ਇਹਦੀ ਜਿਹੜੀ ਮੁਲਾਜ਼ਮਾਂ ਦੀ ਗਿਣਤੀ ਸੀ ਕਰੀਬ 4,500 ਦੇ ਨੇੜੇ ਸੀ, ਪਰ ਜੇਕਰ ਅੱਜ ਗੱਲ ਕਰੀਏ ਤਾਂ ਅੱਜ ਇਹਨਾਂ ਦੀ ਗਿਣਤੀ ਮੁਲਾਜ਼ਮਾਂ ਦੀ 13,500 ਤੋਂ ਉੱਪਰ ਲੰਘ ਚੁੱਕੀ ਹੈ। ਸਾਰੇ ਜਿੰਨੀ ਵੀ ਇਹ ਭਰਤੀ ਹੋਈ ਹੈ ਸਾਰੇ ਪ੍ਰੋਪਰ ਪ੍ਰੋਸੀਜਰ ਰਾਹੀਂ ਹੋਈ ਹੈ। ਪਹਿਲਾਂ ਦੇਖੋ ਅਖਬਾਰਾਂ ਵਿੱਚ ਇਸ਼ਤਿਹਾਰ ਆਏ, ਉਸ ਤੋਂ ਬਾਅਦ ਸਾਰਿਆਂ ਨੇ ਅਪਲਾਈ ਕਰਿਆ, ਉਸ ਤੋਂ ਬਾਅਦ ਪੇਪਰ ਹੋਇਆ, ਪੇਪਰ ਹੋਣ ਤੋਂ ਬਾਅਦ ਮੈਰਿਟ ਲਿਸਟ ਬਣੀ, ਮੈਰਿਟ ਲਿਸਟ ਤੋਂ ਬਾਅਦ ਫਿਰ ਇਹਨਾਂ ਦਾ ਜਿਹੜੀ ਹੈਗੀ ਰਿਜ਼ਰਵੇਸ਼ਨ ਪਾਲਿਸੀ ਆ ਉਹ ਫੋਲੋ ਕੀਤੀ ਗਈ, ਉਸ ਤੋਂ ਬਾਅਦ ਫਿਰ ਮੈਡੀਕਲ ਹੋਇਆ, ਉਸ ਤੋਂ ਬਾਅਦ ਜੁਆਇਨਿੰਗ ਹੋਈ। ਯਾਨੀ ਕਿ ਜੇਕਰ ਆਪਾਂ ਗੱਲ ਕਰੀਏ ਕਿ ਜਿਹੜਾ ਰੈਗੂਲਰ ਮੁਲਾਜ਼ਮ ਦੀ ਜਿਵੇਂ ਭਰਤੀ ਹੁੰਦੀ ਹੈ ਬਿਲਕੁਲ ਉਸੇ ਪ੍ਰਕਿਰਿਆ ਦੇ ਵਿੱਚ ਇਹਨਾਂ ਦੀ ਭਰਤੀ ਹੋਈ ਹੈ। ਐਸੀ ਕੋਈ ਗੱਲ ਨਹੀਂ ਹੁਣ ਜਿਵੇਂ ਸਰਕਾਰ ਕਹਿ ਦਿੰਦੀ ਹੈ ਵੀ ਹਾਂ ਇਹ ਸਾਡੇ ਮੁਲਾਜ਼ਮ ਨਹੀਂ ਹੈਗੇ। ਦੇਖੋ ਜਦੋਂ ਵੀ ਅਸੀਂ ਆਪਣੇ ਹੱਕ ਦੀ ਗੱਲ ਕਰਦੇ ਹਾਂ ਇੱਕ ਇਹ ਵੱਡਾ ਮੁੱਦਾ ਉੱਠਦਾ ਹੈ। ਸਟੇਟ ਸਰਕਾਰ ਕਹਿੰਦੀ ਹੈ ਇਹ ਸੈਂਟਰ ਦੀ ਸਕੀਮ ਹੈ, ਸੈਂਟਰ ਦੇ ਮੁਲਾਜ਼ਮ ਨੇ। ਜੇ ਅਸੀਂ ਸੈਂਟਰ ਨੂੰ ਪੁੱਛਦੇ ਹਾਂ ਤਾਂ ਸੈਂਟਰ ਕਹਿ ਦਿੰਦਾ ਵੀ ਇਹ ਸਟੇਟ ਦੇ ਮੁਲਾਜ਼ਮ ਨੇ। ਯਾਨੀ ਕਿ ਇੱਕ ਫੁੱਟਬਾਲ ਵਾਂਗ ਸਾਨੂੰ ਇਹਨਾਂ ਬਣਾਇਆ ਹੋਇਆ, ਕੋਈ ਕਿੱਧਰ ਭੇਜ ਦਿੰਦਾ ਕੋਈ ਕਿੱਧਰ ਭੇਜ ਦਿੰਦਾ। ਔਰ ਉਹਦੇ ਵਾਸਤੇ ਵੀ ਅਸੀਂ ਇੱਕ RTI ਪਾਈ ਸੀ, ਸੈਂਟਰ ਨੂੰ ਪਾਈ ਸੀ, ਉਹਦਾ ਇਹ ਜਵਾਬ ਆਇਆ ਜਿਹਦੇ ਵਿੱਚ ਬਕਾਇਦਾ ਸੈਂਟਰ ਕਹਿ ਰਹੀ ਹੈ ਕਿ ਜੋ ਵੀ ਮੁਲਾਜ਼ਮ ਭਰਤੀ ਕਰਨ ਦਾ, ਉਹਨਾਂ ਦੇ ਸਰਵਿਸ ਰੂਲ ਬਣਾਉਂਦਾ, ਉਹਨਾਂ ਨੂੰ ਰੈਗੂਲਰ ਕਰਨ ਦਾ, ਉਹ ਸਾਰਾ ਜਿਹੜਾ ਕੰਮ ਹੈਗਾ ਸਟੇਟ ਗਵਰਨਮੈਂਟ ਦਾ। ਜਿਹੜਾ ਸਰਵਿਸ ਮੈਟਰ ਜਿਹੜਾ ਹੈਗਾ ਉਹ ਸਟੇਟ ਦਾ ਸਬਜੈਕਟ ਹੈ, ਇਹ 'ਚ ਸੈਂਟਰ ਦਾ ਕੋਈ ਲੈਣ ਦੇਣ ਨਹੀਂ। ਸੈਂਟਰ ਸਿਰਫ ਇੱਕ ਫੰਡਿੰਗ ਅਥਾਰਟੀ ਹੈ, ਉਹ 60-40 ਰੇਸ਼ੋ ਨਾਲ ਆਪਣਾ ਫੰਡ ਭੇਜ ਰਹੀ ਹੈ। ਬਾਕੀ ਸਾਰਾ ਕੁਝ ਜੋ ਵੀ ਹੈਗਾ ਉਹ ਪੰਜਾਬ ਸਰਕਾਰ ਦਾ, ਚਾਹੇ ਉਹ ਮੌਜੂਦਾ ਸਰਕਾਰ ਕੋਈ ਵੀ ਹੋਵੇ, ਉਹਨੇ ਦੇਖਣਾ ਹੁੰਦਾ। ਸੋ ਇਸੇ ਤਰ੍ਹਾਂ ਜੇਕਰ ਹੁਣ ਮੈਂ ਗੱਲ ਕਰਾਂ, ਦੇਖੋ ਆਪਣਾ ਇੱਕ ਸੰਵਿਧਾਨ ਬਣਿਆ ਹੋਇਆ ਦੇਸ਼ ਦਾ, ਸਾਰੇ ਉਹਨੂੰ ਪੂਰੇ ਸਤਿਕਾਰ ਕਰਦੇ ਆ, ਠੀਕ ਹੈ, ਪਰ ਇੱਥੇ ਵੀ ਵਿਤਕਰਾ ਕੀਤਾ ਜਾਂਦਾ। ਕੱਚੇ ਮੁਲਾਜ਼ਮਾਂ ਤੇ ਪੱਕੇ ਮੁਲਾਜ਼ਮਾਂ ਦੇ ਵਿੱਚ ਬਹੁਤ ਵਿਤਕਰਾ ਹੁੰਦਾ ਹੈ। ਇੱਕ ਮਾਨਯੋਗ ਸੁਪਰੀਮ ਕੋਰਟ ਦੀ ਜੱਜਮੈਂਟ ਹੈ, ਨੋ ਵਰਕ ਨੋ ਪੇ ਤੇ ਇਕੁਅਲ ਵਰਕ ਇਕੁਅਲ ਪੇ, ਦੋ ਜੱਜਮੈਂਟ ਨੇ। ਹੁਣ ਦੇਖੋ ਸਾਡੇ ਉੱਤੇ ਇਕੁਅਲ ਵਰਕ ਇਕੁਅਲ ਪੇ ਇੰਪਲੀਮੈਂਟ ਇਹ ਕਰਦੇ ਨਹੀਂ ਹੈਗੇ। ਅਸੀਂ ਕਈ ਵਾਰ ਕਹਿ ਚੁੱਕੇ ਹਾਂ ਕਿ ਮਾਨਯੋਗ ਸੁਪਰੀਮ ਕੋਰਟ ਦੀ ਜੋ ਜੱਜਮੈਂਟ ਆ ਉਹ ਸਾਡੇ 'ਤੇ ਇੰਪਲੀਮੈਂਟ ਕਰੋ, ਪਰ ਜੇਕਰ ਅਸੀਂ ਆਪਣੀ ਹੱਕੀ ਮੰਗਾਂ ਲਈ ਜੋ ਸੰਵਿਧਾਨ ਸਾਨੂੰ ਰਾਈਟ ਦਿੰਦਾ ਕਿ ਤੁਸੀਂ ਧਰਨਾ ਪ੍ਰਦਰਸ਼ਨ ਸ਼ਾਂਤਮਈ ਕਰ ਸਕਦੇ ਹੋ ਆਪਣੇ ਹੱਕਾਂ ਵਾਸਤੇ, ਪਰ ਜੇਕਰ ਅਸੀਂ ਉਹ ਕਰਦੇ ਹਾਂ ਤਾਂ ਸਰਕਾਰ ਕੀ ਕਰਦੇ, ਇੱਕ ਨਾਤਸ਼ਾਹੀ ਫਰਮਾਨ ਜਾਰੀ ਕਰਦੇ, ਸਾਡੀਆਂ ਤਨਖਾਹਾਂ ਨੋ ਵਰਕ ਨੋ ਪੇ ਸਾਡੇ ਨਾਲ ਦੀ ਨਾਲ ਇੰਪਲੀਮੈਂਟ ਕਰ ਦਿੱਤਾ ਜਾਂਦਾ। ਸੋ ਅਸੀਂ ਪਹਿਲਾਂ ਵੀ ਕਈ ਵਾਰ ਹੜਤਾਲਾਂ ਕੀਤੀਆਂ, ਸਾਡੀਆਂ ਇਹਨਾਂ ਨੇ ਤਕਰੀਬਨ 2011 ਵਿੱਚ ਹੜਤਾਲ ਕਰੀ, ਉਦੋਂ ਵੀ ਕਰੀਬ 2 ਮਹੀਨੇ ਦੀ ਤਨਖਾਹ ਇਹਨਾਂ ਨੇ ਕੱਟੀ, ਠੀਕ ਹੈ। 2015 ਦੇ ਵਿੱਚ ਹੜਤਾਲ ਕਰੀ, ਉਦੋਂ ਵੀ ਘੱਟੋ ਘੱਟ ਪੌਣੇ 2 ਮਹੀਨੇ ਤਨਖਾਹ ਕੱਟੀ। ਅਸੀਂ 4-5 ਮਹੀਨੇ ਤਨਖਾਹ ਕਟਵਾਈ ਬੈਠੇ ਹਾਂ, ਜੋ ਕਿ ਸਾਨੂੰ ਅੱਜ ਤੱਕ ਨਹੀਂ ਮਿਲੀ ਹੈਗੀ। ਔਰ ਇਹ ਦੇਖੋ ਬਾਕੀ ਕੁਝ ਵਿਭਾਗਾਂ ਦੇ ਵਿੱਚ ਜਿਹਨਾਂ ਨੇ ਹੜਤਾਲ ਕਰੀ ਉਹਨਾਂ ਨੂੰ ਇਹਨਾਂ ਨੇ ਤਨਖਾਹ ਵਾਪਸ ਵੀ ਕਰੀ, ਪਰ ਸਾਡੀ ਤਨਖਾਹ ਅੱਜ ਤੱਕ ਨਹੀਂ ਆਈ ਹੈਗੀ। ਇਹ ਹੈਗੀ ਹੈ ਮੇਰੇ ਖਿਆਲ ਸਿੱਖਿਆ ਵਿਭਾਗ ਦੀ ਹੈ, ਉਹਨਾਂ ਦੀ ਤਨਖਾਹ ਕੱਟੀ ਗਈ ਸੀ, ਉਹਨਾਂ ਨੇ ਐਜੂਕੇਸ਼ਨ ਕਰਿਆ, ਪਰ ਉਹਨਾਂ ਨੂੰ ਤਨਖਾਹ ਮਿਲ ਗਈ ਸੀ। ਦੇਖੋ ਉਹ ਵੀ ਪੰਜਾਬ ਦੇ ਵਸਿੰਦੇ ਨੇ। ਸਿੱਖਿਆ ਵਿਭਾਗ ਦੇ ਵਿੱਚ ਸਰਵ ਸਿੱਖਿਆ ਅਭਿਆਨ ਜੋ ਹੈ, ਠੀਕ ਹੈ ਨਾ, ਤੇ ਉਹ ਵੀ ਸੈਂਟਰ ਸਪਾਂਸਰਡ ਸਕੀਮ ਹੈ। ਉਹਨਾਂ ਦਾ ਵੀ ਸੇਮ ਪੈਟਰਨ ਸੀ, 60-40 ਰੇਸ਼ੋ ਵਾਲਾ ਫੰਡਿੰਗ ਪੈਟਰਨ, ਠੀਕ ਹੈ। ਔਰ ਉਹਨਾਂ ਨੂੰ ਹੁਣ ਦੇਖਿਆ ਜਾਵੇ ਤਾਂ ਪੰਜਾਬ ਸਰਕਾਰ ਜਿਹੜੀ ਕਾਂਗਰਸ ਸਰਕਾਰ ਹੈ, ਇਹਨਾਂ ਨੇ ਹੀ ਸਰਵ ਸਿੱਖਿਆ ਅਭਿਆਨ ਦੇ ਅੰਡਰ ਜਿਹੜੇ ਟੀਚਰ ਸੀ ਉਹਨਾਂ ਨੂੰ ਪੱਕਾ ਕਰਿਆ, ਇਹਨਾਂ ਦੀ ਸਰਕਾਰ ਨੇ, ਠੀਕ ਹੈ। ਉਹਨਾਂ ਦੀ ਵਾਰੀ ਸਰਵਿਸ ਰੂਲ ਕਿਵੇਂ ਚੇਂਜ ਹੋ ਗਿਆ? ਹੁਣ ਜਦੋਂ ਅਸੀਂ ਗੱਲ ਕਰਦੇ ਸਾਨੂੰ ਕਹਿ ਦਿੰਦੇ ਆ ਜੀ ਇਹ ਤਾਂ ਜੀ ਸੈਂਟਰ ਦੀ ਸਕੀਮ ਹੈ, ਇਹਨਾਂ ਨੂੰ ਅਸੀਂ ਪੱਕੇ ਨਹੀਂ ਕਰ ਸਕਦੇ। ਬਾਕੀ ਹੁਣ ਦੇਖੋ ਇੱਕ ਤੁਸੀਂ ਦੇਖਿਆ ਹੋਣਾ ਕਿ ਚੰਨੀ ਸਰਕਾਰ ਨੇ ਇੱਕ 36,000 ਮੁਲਾਜ਼ਮ ਪੱਕੇ ਕਰਨ ਲਈ ਇੱਕ ਐਕਟ ਬਣਾਇਆ, ਬਹੁਤ ਰੌਲਾ ਪਾਇਆ, ਪਰ ਉਹ ਸਿਰਫ ਇੱਕ ਸ਼ਗੂਫਾ ਹੈ, ਹੋਰ ਕੁਝ ਨਹੀਂ ਹੈ ਉਹਦੇ ਵਿੱਚ। ਕਿਉਂਕਿ ਨਾ ਤਾਂ ਉਹਦੇ ਵਿੱਚ ਕੋਈ ਬੋਰਡ ਦੇ ਮੁਲਾਜ਼ਮ ਸ਼ਾਮਲ ਕੀਤੇ ਗਏ, ਨਾ ਕੋਈ ਕਾਰਪੋਰੇਸ਼ਨ ਦੇ ਮੁਲਾਜ਼ਮ ਸ਼ਾਮਲ ਕੀਤੇ, ਨਾ ਕੋਈ ਸੈਂਟਰ ਸਪਾਂਸਰ ਸਕੀਮ ਸ਼ਾਮਲ ਕੀਤੀ ਗਈ, ਨਾ ਹੀ ਵਰਲਡ ਬੈਂਕ ਦੇ ਪ੍ਰੋਜੈਕਟ ਸ਼ਾਮਲ ਕੀਤੇ ਗਏ। ਫਿਰ ਇਹਨਾਂ ਕੋਲ 36,000 ਮੁਲਾਜ਼ਮ ਆਇਆ ਕਿੱਥੋਂ? ਸਵਾਲ ਸਭ ਤੋਂ ਵੱਡਾ ਇਹੀ ਬਣਦਾ ਵੀ ਤੁਸੀਂ ਪੱਕਾ ਕਿਹਨੂੰ ਕਰਨ ਜਾ ਰਹੇ ਹੋ? ਐਕਟ ਤਾਂ ਇਹਨਾਂ ਨੇ ਬਣਾਤਾ, ਪਰ ਅੱਜ ਤੱਕ ਕੋਈ ਲਿਸਟ ਜਾਰੀ ਕਿਉਂ ਨਹੀਂ ਹੋਈ ਕਿ ਕਿਹਨਾਂ ਨੂੰ ਇਹ ਪੱਕੇ ਕਰ ਰਹੇ ਨੇ? ਸਾਨੂੰ ਤਾਂ ਇਹੀ ਲੱਗ ਰਿਹਾ ਜਿਵੇਂ 15 ਲੱਖ ਮੋਦੀ ਨੇ ਇੱਕ ਸ਼ਗੂਫਾ ਛੱਡਿਆ ਸੀਗਾ, 15 ਲੱਖ ਹਰੇਕ ਦੇ ਖਾਤੇ ਵਿੱਚ ਆਊਗਾ, ਉਸੇ ਤਰ੍ਹਾਂ ਚੰਨੀ ਸਰਕਾਰ ਨੇ ਵੀ ਕਰਿਆ ਕਿ ਅਸੀਂ 36,000 ਮੁਲਾਜ਼ਮ ਪੱਕੇ ਕਰ ਰਹੇ ਹਾਂ, ਪਰ ਹੁਣ ਇਹਦੇ ਅੰਡਰ ਕੁਝ ਵੀ ਨਹੀਂ ਹੈਗਾ। ਸੋ ਇਹੀ ਮੁਲਾਜ਼ਮਾਂ ਵਿੱਚ ਰੋਸ ਹੈ। ਇਸੇ ਰੋਸ ਦੇ ਵਜੋਂ ਅਸੀਂ ਹੁਣ 16 ਤਰੀਕ ਤੋਂ ਕੰਮ ਛੱਡੀ ਬੈਠੇ ਹਾਂ ਵੀ ਸਾਨੂੰ ਐਕਟ ਦੇ ਵਿੱਚ ਹਿੱਸਾ ਬਣਾਓ। ਅਸੀਂ ਦੇਖੋ ਸਾਡੀ ਭਰਤੀ ਪੰਜਾਬ ਸਰਕਾਰ ਨੇ ਕੀਤੀ, ਅਸੀਂ ਕੰਮ ਪੰਜਾਬ ਦੇ ਲੋਕਾਂ ਵਾਸਤੇ ਕਰਦੇ ਹਾਂ, ਠੀਕ ਹੈ। ਸਾਡੇ ਸਰਵਿਸ ਰੂਲ ਵਗੈਰਾ ਜੋ ਕੁਛ ਹੈ ਉਹ ਪੰਜਾਬ ਸਰਕਾਰ ਬਣਾ ਰਹੀ ਹੈ, ਫਿਰ ਸਾਡਾ ਪੱਕੇ ਹੋਣ ਦਾ ਹੱਕ ਕਿਉਂ ਨਹੀਂ? ਸਾਡਾ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਅਸੀਂ ਪੱਕੇ ਕਿਉਂ ਨਹੀਂ ਹੋ ਸਕਦੇ? ਹੁਣ ਤੁਸੀਂ ਖੁਦ ਦੇਖੋ, ਜੇਕਰ ਅੱਜ ਦੇ ਜ਼ਮਾਨੇ ਦੀ ਗੱਲ ਕਰੀਏ ਆਪਾਂ, ਜੋ ਮਹਿੰਗਾਈ ਚੱਲ ਰਹੀ ਹੈ,
ਤੁਹਾਡੇ ਸਾਹਮਣੇ ਹੈ। ਹੁਣ 10,000 ਦੇ ਵਿੱਚ ਜਿੰਨੇ ਸਾਡੇ ਮੰਤਰੀ ਬੈਠੇ ਨੇ ਉਹਨਾਂ ਨੂੰ 10,000 ਦਿਓ, ਕਹੋ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ। ਇੱਕ ਮਹੀਨੇ ਦਾ ਗੁਜ਼ਾਰਾ ਕਰਕੇ ਤਾਂ ਹੁਣ ਸਾਨੂੰ ਕਿਵੇਂ ਕਰਦੇ ਨੇ। ਹੁਣ ਦੇਖੋ ਜਿੰਨੇ ਆ ਮੁਲਾਜ਼ਮ ਬੈਠੇ ਨੇ ਤੁਹਾਡੇ ਸਾਹਮਣੇ, ਜਿੰਨੇ ਵੀ ਬੈਠੇ ਨੇ, ਇਹ ਸਾਰੇ ਇੱਕ ਤਾਂ ਪਹਿਲਾਂ ਇੱਥੇ ਵਰਕ ਕਰਦੇ ਨੇ, ਉਹਦੇ ਤੋਂ ਬਾਅਦ ਘਰ ਜਾ ਕੇ ਵੀ ਨਾਲ ਕੋਈ ਨਾ ਕੋਈ ਪਾਰਟ ਟਾਈਮ ਕੰਮ ਕਰ ਰਿਹਾ, ਕੋਈ ਕੁਛ ਕਰ ਰਿਹਾ, ਤਾਂ ਵਿਚਾਰੇ ਪਰਿਵਾਰਾਂ ਦਾ ਆਪਣਾ ਖਰਚਾ ਚਲਾ ਰਹੇ ਨੇ। ਜਦੋਂ NHM ਸ਼ੁਰੂ ਹੋਣਾ ਸੀ, ਗਵਰਨਰ ਬੋਡੀ ਜਿਹੜੀ ਮੀਟਿੰਗ ਹੋਈ ਸੀ, ਉਹਦੇ ਵਿੱਚ ਇਹਨਾਂ ਨੇ ਕੁਝ ਸਰਵਿਸ ਰੂਲ ਬਣਾਏ ਸੀ। ਇੱਕ ਨੀਂਹ ਰੱਖੀ ਗਈ ਸੀ ਜਿਹਦੇ ਵਿੱਚ ਸਾਰੇ ਮੁਲਾਜ਼ਮਾਂ ਦੀ ਭਰਤੀ ਹੋਣੀ ਸੀ ਤੇ ਉਹਨਾਂ ਦੇ ਕੀ ਇਹਨਾਂ ਨੇ ਸਰਵਿਸ ਰੂਲ ਬਣਾਉਣੇ ਸੀ, ਉਹ ਸਾਰਾ ਕੁਝ ਲਿਖਿਆ ਗਿਆ ਸੀ। ਉਹਦੀ ਕਾਪੀ ਮੈਂ ਤੁਹਾਨੂੰ ਮੁਹੱਈਆ ਕਰਵਾ ਦੂੰਗਾ, ਪਰ ਉਹ ਸਾਡੇ ਤੇ ਅੱਜ ਤੱਕ ਇੰਪਲੀਮੈਂਟ ਹੀ ਨਹੀਂ ਹੋਏ। ਔਰ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਜਿਹੜੇ ਸਰਵਿਸ ਰੂਲ ਇਹਨਾਂ ਨੇ ਬਣਾਏ ਸੀ ਸ਼ੁਰੂਆਤ ਦੇ ਵਿੱਚ, ਜਿਹੜੀ ਨੀਂਹ ਰੱਖੀ ਗਈ ਸੀ, ਇਹ 2013-14 ਤੱਕ ਤਾਂ ਵੈਬਸਾਈਟ ਦੇ ਉੱਤੇ ਵੀ ਰਹੇ ਨੇ। ਉਸ ਤੋਂ ਬਾਅਦ ਉਹਦੇ ਤੋਂ ਹਟਾ ਦਿੱਤੇ ਗਏ ਨੈਸ਼ਨਲ ਹੈਲਥ ਮਿਸ਼ਨ ਦੀ ਵੈਬਸਾਈਟ ਤੋਂ। ਠੀਕ ਹੈ। ਤੇ ਹਰਿਆਣੇ ਦੀ ਜੇਕਰ ਗੱਲ ਕਰੀਏ 2018 ਦੇ ਵਿੱਚ ਉਹਨਾਂ ਨੇ ਬਾਇਲਾਜ਼ ਬਣਾਏ, ਪਰ ਉਹਨਾਂ ਨੇ ਹਵਾਲਾ ਸਾਡੇ ਹੀ ਉਹ ਜਿਹੜੀ ਨੀਂਹ ਰੱਖੀ ਸੀ ਇਹਨਾਂ ਨੇ ਬਣਾਏ ਸੀ, ਇੱਕ ਸਰਵਿਸ ਰੂਲ ਬਣਾਏ ਸੀ, ਉਹਦਾ ਹਵਾਲਾ ਦੇ ਕੇ ਉਹਨਾਂ ਨੇ ਆਪਣੇ ਬਾਇਲਾਜ਼ ਬਣਾਏ। ਤੇ 2018 ਤੋਂ ਲੈ ਕੇ ਜਿੰਨੇ ਵੀ ਮੁਲਾਜ਼ਮ ਹੈਗੇ ਨੇ ਹਰਿਆਣੇ ਦੇ ਵਿੱਚ NHM ਦੇ ਵਿੱਚ, ਉਹ ਸਾਰਿਆਂ ਨੂੰ ਪੇ ਸਕੇਲ ਮਿਲ ਗਏ ਨੇ। ਔਰ ਰੀਸੈਂਟਲੀ ਦੇਖੋ ਰੈਗੂਲਰ ਨੂੰ ਜਦੋਂ ਵੀ ਕੋਈ DA ਦੀ ਕਿਸ਼ਤ ਜਾਰੀ ਹੁੰਦੀ ਹੈ, ਮਹਿੰਗਾਈ ਭੱਤਾ ਜੋ ਵੀ ਮਿਲਦਾ ਨਾਲ ਦੀ ਨਾਲ NHM ਨੂੰ ਵੀ ਮਿਲਦਾ ਉੱਥੇ। ਕਮਿਊਨਿਟੀ ਹੈਲਥ ਆਫੀਸਰ ਪੋਸਟ ਸਰਕਾਰ ਨੂੰ ਜਦੋਂ ਪਿੰਡ ਲੈਵਲ ਤੇ ਕੋਈ ਵੀ ਸਿਹਤ ਸੁਵਿਧਾਵਾਂ ਨਹੀਂ ਮਿਲ ਰਹੀਆਂ ਸੀਗੀਆਂ ਲੋਕਾਂ ਨੂੰ, ਹਸਪਤਾਲਾਂ ਦੇ ਵਿੱਚ ਲੰਬੀਆਂ ਲਾਈਨਾਂ ਦੇ ਵਿੱਚ ਲੱਗਣਾ ਪੈਂਦਾ ਸੀਗਾ, ਡਿਸਪੈਂਸਰੀਆਂ ਬਿਲਕੁਲ ਬੰਦ ਪਈਆਂ ਸੀਗੀਆਂ, ਲੋਕਾਂ ਨੂੰ ਰਾਹ ਹੀ ਨਹੀਂ ਪਤਾ ਸੀਗਾ ਕਿ ਡਿਸਪੈਂਸਰੀ ਕਿੱਥੇ ਹੈ, ਤਾਂ ਸਰਕਾਰ ਨੇ ਕਮਿਊਨਿਟੀ ਹੈਲਥ ਆਫੀਸਰ ਪੋਸਟ ਕ੍ਰੀਏਟ ਕੀਤੀ। ਇਸ ਪੋਸਟ ਦੇ ਆਉਣ ਦੇ ਨਾਲ ਜਦੋਂ ਅਸੀਂ ਪਿੰਡਾਂ ਦੇ ਵਿੱਚ ਗਏ, ਸਾਡੀ ਇਸ ਇੱਕ ਗਰਾਊਂਡ ਲੈਵਲ ਤੇ ਸਿਹਤ ਸੇਵਾਵਾਂ ਦਿੱਤੀਆਂ ਲੋਕਾਂ ਨੂੰ। ਪਿੱਛੇ ਜੇ ਅਸੀਂ ਪੰਜਾਬ ਨੂੰ ਦੂਸਰੇ ਨੰਬਰ ਤੇ ਲੈ ਕੇ ਆਏ ਸੀਗੇ ਹੈਲਥ ਐਂਡ ਵੈਲਨੈਸ ਸਰਵਿਸਿਜ਼ ਦੇ ਵਿੱਚ। ਟੈਲੀ ਕੰਸਲਟੇਸ਼ਨ ਦੇ ਵਿੱਚ ਵੀ ਅਸੀਂ ਸੈਕਿੰਡ ਨੰਬਰ ਤੇ ਆਏ ਸੀਗੇ ਹੈਲਥ ਐਂਡ ਵੈਲਨੈਸ ਸਰਵਿਸਿਜ਼ ਦੇ ਵਿੱਚ। ਅਸੀਂ ਇੰਨੀਆਂ ਸਰਵਿਸਿਜ਼ ਦਿੰਦੇ ਹਾਂ ਗਰਾਊਂਡ ਲੈਵਲ ਤੇ, ਅਸੀਂ ਇੰਨੀਆਂ ਸਰਵਿਸਿਜ਼ ਦਿੰਦੇ ਹਾਂ, ਪਰ ਫਿਰ ਵੀ ਅਸੀਂ ਕੱਚੇ ਹਾਂ। ਪਿਛਲੇ ਦਿਨਾਂ ਦੇ ਅੰਦਰ ਆਰਥਿਕ ਮਾਮਲਿਆਂ ਦੇ ਜਾਣਕਾਰ ਡਾਕਟਰ ਗਿਆਨ ਸਿੰਘ ਬੈਨੀਪਾਲ ਨੂੰ ਮੈਂ ਇੰਟਰਵਿਊ ਕੀਤਾ। ਉਸ ਦੇ ਵਿੱਚ ਉਹ ਜਿਸ ਤਰ੍ਹਾਂ ਦੇ 7 ਸੂਤਰੀ ਪ੍ਰੋਗਰਾਮ ਦੇ ਵਿੱਚ ਇੱਕ ਸਰਕਾਰ ਦੀ ਜ਼ਿੰਮੇਵਾਰੀਆਂ ਤੇ ਬਿਹਤਰ ਮਾਡਲ ਦੇ ਵੱਲ ਇਸ਼ਾਰਾ ਕਰਦੇ ਨੇ, ਜੇ ਉਹ ਮਾਡਲ ਸਾਡੇ ਕੋਲ ਨਹੀਂ ਹੁੰਦਾ, ਕਿਤੇ ਨਾ ਕਿਤੇ ਅਸੀਂ ਕਿਸੇ ਘਾਟ ਦੇ ਵਿੱਚ ਹਾਂ। ਡਾਕਟਰ ਗਿਆਨ ਸਿੰਘ ਦਾ ਬਿਆਨ ਸੁਣਾਉਣਾ ਤੁਹਾਨੂੰ, ਉਸ ਤੋਂ ਬਾਅਦ ਤੁਹਾਨੂੰ ਦੱਸਦਾ ਹਾਂ RTI ਪਰਵਿੰਦਰ ਸਿੰਘ ਕਿਤਨਾ ਦੇ ਉਸ ਬਿਆਨ ਦੇ ਨਾਲ ਕਿ ਕਿਸ ਤਰ੍ਹਾਂ ਸਰਕਾਰ ਨੇ ਘਰ ਘਰ ਨੌਕਰੀ ਦਾ ਇੱਕ ਨਵਾਂ ਖਾਕਾ ਤਿਆਰ ਕੀਤਾ ਅਤੇ ਉਸ ਖਾਕੇ ਦੀ ਬਿਨਾਂ ਤੇ ਇਸ਼ਤਿਹਾਰਬਾਜ਼ੀ ਕਰਦੇ ਹੋਏ ਉਹ ਘਰ ਘਰ ਪਹੁੰਚ ਕਰ ਰਹੇ ਨੇ। ਜ਼ਿੰਦਗੀ ਦੀਆਂ ਮੁੱਢਲੀਆਂ 7 ਲੋੜਾਂ ਰੋਟੀ, ਕੱਪੜਾ, ਮਕਾਨ, ਸਿੱਖਿਆ, ਸਿਹਤ ਸੰਭਾਲ, ਸਾਫ਼ ਵਾਤਾਵਰਨ ਤੇ ਸਮਾਜਿਕ ਸੁਰੱਖਿਆ ਸਤਿਕਾਰਯੋਗ ਢੰਗ ਨਾਲ ਪੂਰੀਆਂ ਕਰ ਸਕਣ, ਫੇਰ ਗੱਲ ਬਣਦੀ ਹੈਗੀ। ਪੰਜਾਬ ਸਰਕਾਰ ਦਾ ਇੱਕ ਬੜਾ ਵੱਡਾ ਪ੍ਰੋਜੈਕਟ ਸੀਗਾ ਜਿਹਦੀ ਦਾਅਵੇ ਕਰਕੇ ਪੰਜਾਬ ਸਰਕਾਰ ਹੋਂਦ ਵਿੱਚ ਆਈ ਸੀ, ਉਹ ਸੀ ਘਰ ਘਰ ਰੁਜ਼ਗਾਰ। ਅਸੀਂ RTI ਦੇ ਵਿੱਚ ਪੰਜਾਬ ਸਰਕਾਰ ਨੂੰ ਪੁੱਛਿਆ ਕਿ ਕਿੰਨੇ ਨੌਜਵਾਨਾਂ ਨੂੰ ਤੁਸੀਂ ਨੌਕਰੀਆਂ ਦੇ ਚੁੱਕੇ ਹੋ, ਤੇ ਸਰਕਾਰ ਕੋਲ ਇਸ ਚੀਜ਼ ਦਾ ਲਿਖਤੀ ਜਵਾਬ ਦੇਣ ਲਈ ਕੁਝ ਨਹੀਂ ਹੈਗਾ। ਅਖਬਾਰਾਂ ਵਿੱਚ ਇਸ਼ਤਿਹਾਰ ਆ ਰਹੇ ਨੇ ਕਿ ਲੱਖਾਂ ਨੌਕਰੀਆਂ ਦੇਤੀਆਂ, ਜ਼ਿਲ੍ਹਾ ਵਾਈਜ਼ ਵੀ ਉਹ ਗਿਣਤੀ ਦੱਸ ਰਹੇ ਨੇ, ਲੇਕਿਨ ਜਦੋਂ ਅਸੀਂ ਪੁੱਛਦੇ ਹਾਂ ਕਿ ਸਾਨੂੰ ਸੂਚੀ ਦਿਓ ਕਿਹੜੇ ਨੌਜਵਾਨ ਨੂੰ ਕਿੱਥੇ ਨੌਕਰੀ ਦਿੱਤੀ ਆ, ਉਹ ਨਾ ਤੇ ਜ਼ਿਲ੍ਹਾ ਲੈਵਲ ਤੇ ਦੇ ਰਹੇ ਆ, ਨਾ ਸਟੇਟ ਲੈਵਲ ਤੇ। ਉਹਦਾ ਕਾਰਨ ਇਹ ਹੈ ਕਿ ਨੌਜਵਾਨਾਂ ਦੇ ਨਾਲ ਐਡਾ ਵੱਡਾ ਧੋਖਾ ਕੀਤਾ ਗਿਆ ਪੰਜਾਬ ਸਰਕਾਰ ਦੁਆਰਾ। ਜਿਹੜੇ ਨੌਜਵਾਨ ਕਿਸੇ ਮਕੈਨਿਕ ਦੀ ਦੁਕਾਨ ਤੇ ਪਹਿਲਾਂ ਵੀ ਲੱਗ ਜਾਂਦੇ ਸੀ, ਉਹ ਹੁਣ ਵੀ ਲੱਗ ਰਹੇ ਆ, ਲੇਕਿਨ ਸਰਕਾਰ ਨੇ ਉਹਨਾਂ ਦੇ ਫਾਰਮ ਭਰ ਕੇ ਇਹ ਸ਼ੋਅ ਕਰਤਾ ਕਿ ਇਸ ਬੰਦੇ ਨੂੰ ਅਸੀਂ ਨੌਕਰੀ ਦਵਾ ਦਿੱਤੀ ਹੈ। ਇੱਕ ਚਾਹ ਦੀ ਦੁਕਾਨ ਤੇ ਜੇਕਰ ਕੋਈ ਲੜਕਾ ਗਿਆ, ਉਹਨੂੰ ਵੀ ਇਹ ਦੱਸ ਦਿੱਤਾ ਕਿ ਇਹ ਇੱਕ ਇੰਡਸਟਰੀ ਵਿੱਚ ਇਹਨੂੰ ਨੌਕਰੀ ਮਿਲ ਗਈ ਹੈ। ਜਦੋਂ ਨੌਕਰੀ ਦੀ ਗੱਲ ਹੁੰਦੀ ਹੈ ਤੇ ਸਾਡੇ ਪੰਜਾਬ ਦੇ ਨੌਜਵਾਨ ਜਾਂ ਪੰਜਾਬ ਦੇ ਲੋਕ, ਅਬਲ ਤੇ ਪੂਰੇ ਦੇਸ਼ ਦੇ ਲੋਕ ਇਹ ਆਸ ਰੱਖਦੇ ਆ ਕਿ ਸਰਕਾਰੀ ਨੌਕਰੀ, ਕਿਉਂਕਿ ਪ੍ਰਾਈਵੇਟ ਸੈਕਟਰ ਦੇ ਵਿੱਚ ਕੋਈ ਸਿਕਿਉਰਿਟੀ ਨਹੀਂ ਹੈ। ਇਸ ਕਰਕੇ ਇਹ ਜਿਹੜੀ ਨੌਕਰੀਆਂ ਦੀ ਗਿਣਤੀ ਹੈ, ਉਹ ਸਰਕਾਰ ਨੇ ਬੜਾ ਵੱਡਾ ਧੋਖਾ ਕੀਤਾ ਨੌਜਵਾਨਾਂ ਦੇ ਨਾਲ, ਜਿਹੜੀ ਕਿ ਬਿਲਕੁਲ ਵੀ ਆਸ ਨਹੀਂ ਸੀ ਕੀਤੀ ਜਾ ਸਕਦੀ। ਕਰੋਨਾ ਦੇ ਆਉਣ ਸਮੇਂ ਦੀਆਂ ਸਾਰੀਆਂ ਸਟੋਰੀਆਂ ਯਾਦ ਕਰੋ, ਜਦੋਂ ਸਰਕਾਰ ਨੇ ਵਾਰ-ਵਾਰ ਅਖੀਰ ਤੇ ਲੋਕਾਂ ਤੇ ਹੀ ਉਂਗਲ ਚੁੱਕੀ। ਕੈਪਟਨ ਅਮਰਿੰਦਰ ਸਿੰਘ ਦੀਆਂ ਸਾਰੀਆਂ ਪ੍ਰੈਸ ਕਾਨਫਰੰਸ ਯਾਦ ਕਰੋ, ਜਿਸ ਦੇ ਵਿੱਚ ਉਹ ਲੋਕਾਂ ਨੂੰ ਹੀ ਅਖੀਰ ਤੇ ਦੋਸ਼ੀ ਐਲਾਨ ਦਿੰਦੇ ਨੇ। ਸਰਕਾਰ ਦੀ ਕੋਈ ਖਾਮੀ ਨਹੀਂ, ਸਰਕਾਰ ਦੀ ਕੋਈ ਘਾਟ ਨਹੀਂ, ਸਰਕਾਰ ਪਰਫੈਕਟ ਹੈ। ਸਰਕਾਰ ਤੇ ਕੋਈ ਸਵਾਲ ਕਰਦਾ ਸੀ ਤੇ ਉਸ ਨੂੰ ਇਸੇ ਤਰ੍ਹਾਂ ਡਰਾਇਆ ਧਮਕਾਇਆ ਗਿਆ। ਜਦੋਂ ਵੀ ਪ੍ਰਸ਼ਾਸਨ ਦੇ ਫੇਲੀਅਰ ਦੀ ਗੱਲ ਤੁਰੀ, ਉਦੋਂ ਇਹ ਹਵਾਲਾ ਦਿੱਤਾ ਗਿਆ ਕਿ ਤੁਸੀਂ ਪ੍ਰਸ਼ਾਸਨ ਦਾ ਇਹਨਾਂ ਕਾਮਿਆਂ ਦਾ ਮੋਰਲ ਡਾਊਨ ਨਾ ਕਰੋ। ਸਰਕਾਰ ਉਹਨਾਂ ਸਾਰੀਆਂ ਗੱਲਾਂ ਤੋਂ ਭੱਜੀ ਜੋ ਹੋਣੀਆਂ ਚਾਹੀਦੀਆਂ ਸਨ।
ਜਦੋਂ ਕਰੋਨਾ ਦਾ ਟਾਈਮ ਆਇਆ ਉਸ ਵਕਤ ਪਹਿਲਾਂ ਹੀ ਇੱਕ ਅਸੈਸਮੈਂਟ ਲੱਗ ਰਹੀ ਸੀ ਕਿ ਸਾਨੂੰ ਕਿੰਨੇ ਆਕਸੀਜਨ ਸਿਲੰਡਰਾਂ ਦੀ ਲੋੜ ਹੈ, ਕਿੰਨੇ ਵੈਂਟੀਲੇਟਰਸ ਦੀ ਲੋੜ ਹੈ, ਕਿੰਨੇ ਬੈੱਡ ਦੀ ਲੋੜ ਹੈ, ਅਤੇ ਸਾਲ ਬਾਅਦ ਵੀ ਇਹ ਪੋਜੀਸ਼ਨ ਸੀ ਕਿ ਸਾਡੇ ਕੋਲ ਲਗਾਤਾਰ ਘਾਟਾਂ ਸਨ। ਅਤੇ ਇਹਨਾਂ ਘਾਟਾਂ ਦੇ ਵਿੱਚ ਸਾਡੇ ਕੋਲ ਲਗਾਤਾਰ ਉਹ ਖਬਰਾਂ ਵੀ ਪਹੁੰਚੀਆਂ ਜਦੋਂ ਸਾਡੀਆਂ ਵੈਂਟੀਲੇਟਰ ਮਸ਼ੀਨਾਂ ਖਸਤਾ ਹਾਲ ਦੇ ਵਿੱਚ ਹਸਪਤਾਲਾਂ ਦੇ ਵਿੱਚ ਮਿਲੀਆਂ। ਆਖਰ ਅਜਿਹੀ ਮਸ਼ੀਨਾਂ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਕਿਸ ਦੀ ਸੀ? ਫਿਲਹਾਲ ਸਰਕਾਰ ਇਹੋ ਕਹੇਗੀ ਕਿ ਇਸ ਦੇ ਵਿੱਚ ਸਾਡੀ ਕੋਈ ਘਾਟ ਨਹੀਂ ਸੀ ਅਤੇ ਸੈਂਟਰ ਤੇ ਸਟੇਟ ਦੇ ਵਿੱਚ ਇੱਕ ਦੂਜੇ ਨੂੰ ਦੋਸ਼ੀ ਠਹਿਰਾਇਆ ਜਾਵੇਗਾ। ਇਸ ਸਾਰੀ ਪੋਜੀਸ਼ਨ ਦੇ ਅੰਦਰ ਇਹ ਹੈ ਕਿ ਪੂਰੇ ਪੰਜਾਬ ਦੇ ਵਿੱਚ 28,000 ਤੋਂ ਵੱਧ ਆਸ਼ਾ ਵਰਕਰ ਨੇ, 18,000 ਆਸ਼ਾ ਫੈਸਿਲੀਟੇਟਰ ਨੇ, 13,500 ਨੈਸ਼ਨਲ ਹੈਲਥ ਮਿਸ਼ਨ ਦੇ ਕਾਮੇ ਨੇ ਅਤੇ ਇਸੇ ਦੇ ਵਿੱਚ ਹੀ ਮਲਟੀਪਰਪਜ਼ ਹੈਲਥ ਵਰਕਰ, ਮੇਲ, ਫੀਮੇਲ, 108 ਐਂਬੂਲੈਂਸ ਸੇਵਾਵਾਂ ਦੇ ਕਾਮੇ, ਇਸੇ ਦੇ ਵਿੱਚ ਰੂਰਲ ਫਾਰਮਾਸਿਸਟ ਜਿਹੜੇ ਕਿ ਪਿੰਡ ਦਰ ਪਿੰਡ ਰੂਰਲ ਫਾਰਮੇਸੀਆਂ ਦੇ ਅੰਦਰ ਸਥਾਪਿਤ ਕੀਤੇ ਗਏ ਸੀ ਤਾਂ ਕਿ ਅਸੀਂ ਬਿਹਤਰ ਸਿਹਤ ਸੇਵਾਵਾਂ ਨੂੰ ਖੜਾ ਕਰ ਸਕੀਏ। ਪਰ ਉਹਨਾਂ ਸਿਹਤ ਕਾਮਿਆਂ ਨੇ ਪਿਛਲੇ 14 ਸਾਲਾਂ ਤੋਂ ਇਸ ਉਮੀਦ ਦੇ ਨਾਲ ਕੰਮ ਕੀਤਾ ਕਿ ਇੱਕ ਦਿਨ ਉਹ ਪੱਕੇ ਹੋ ਜਾਣਗੇ। ਇਹਨਾਂ ਸਿਹਤ ਸੇਵਾਵਾਂ ਦੇ ਵਿੱਚ ਜੇ ਸਭ ਤੋਂ ਬਾਰੀਕ ਜਾਂ ਸਾਂਝੀ ਤੰਦ ਫੜਨ ਦੇ ਵਿੱਚ ਮਹਿਸੂਸ ਹੁੰਦੀ ਹੈ ਤਾਂ ਉਹ ਇਹੋ ਹੁੰਦੀ ਹੈ ਕਿ ਠੇਕੇਦਾਰੀ ਸਿਸਟਮ ਹੀ ਇਸ ਸਿਸਟਮ ਨੂੰ ਖਰਾਬ ਕਰ ਰਿਹਾ। ਸਰਕਾਰ ਦੀ ਆਪਣੀ ਡਾਵਾਂਡੋਲ ਪੋਜੀਸ਼ਨ, ਬੇਤਰਤੀਬੀ ਕਾਰਗੁਜ਼ਾਰੀ ਨੂੰ ਸਮਝਣ ਦੇ ਲਈ, ਅੱਗੇ ਵਧਣ ਦੇ ਲਈ ਸਭ ਤੋਂ ਪਹਿਲਾਂ ਇਹ ਸਟੋਰੀ ਵੇਖੋ। ਨੀਤਾ ਬੱਤਰਾ ਰੂਰਲ ਫਾਰਮੇਸੀ ਅਫਸਰ ਹੈ। ਰਾਜਪੁਰਾ ਰਹਿੰਦੇ ਨੇ, ਨੇੜੇ ਪਿੰਡ ਕੋਟਲਾ ਨੌਕਰੀ ਕਰਦੇ ਨੇ। ਜਦੋਂ ਅਸੀਂ ਉਹਨਾਂ ਨੂੰ ਮਿਲੇ ਤੇ ਉਹਨਾਂ ਦੀ ਕੁੜੀ ਦਾ ਜਨਮ ਦਿਨ ਸੀ। ਨੀਤਾ ਨੇ ਜਨਮ ਦਿਨ ਲਈ ਛੁੱਟੀ ਨਹੀਂ ਕੀਤੀ, ਉਹ ਇੰਜ ਹੀ ਆਪਣਾ ਪਰਿਵਾਰ ਸਾਂਭਦੇ ਨੇ ਅਤੇ ਨੌਕਰੀ ਕਰਦੇ ਨੇ। ਨੀਤਾ ਦਾ ਵੱਡਾ ਸਵਾਲ ਇਹ ਵੀ ਹੈ ਕਿ ਇੱਕ ਦਹਾਕੇ ਦੀ ਨੌਕਰੀ ਤੋਂ ਬਾਅਦ ਜੇ ਉਹ ਪੱਕੇ ਨਹੀਂ ਹੁੰਦੇ ਤਾਂ ਹੁਣ ਉਹ ਅੱਗੇ ਨੌਕਰੀ ਕਿੱਥੇ ਕਰਨਗੇ, ਕਿਉਂਕਿ ਇੱਕ ਹੀ ਥਾਂ ਨੌਕਰੀ ਕਰਦੇ ਤੁਸੀਂ ਇੱਕ ਢਾਂਚੇ ਵਿੱਚ ਜਕੜ ਜਾਂਦੇ ਹੋ। ਦੂਜਾ ਸਵਾਲ ਇਹ ਵੀ ਹੈ ਕਿ ਇੰਨੀ ਤਨਖਾਹ, ਕੱਚੀ ਨੌਕਰੀ, ਕੰਮ ਪੂਰਾ, ਪਰ ਦੁਨੀਆ ਤਾਂ ਪਿਛਲੇ ਦਹਾਕੇ ਤੋਂ ਬਹੁਤ ਬਦਲ ਗਈ ਹੈ ਅਤੇ ਕਰੋਨਾ ਤੋਂ ਬਾਅਦ ਤਾਂ ਇੰਜ ਲੱਗਦਾ ਹੈ ਕਿ ਦੁਨੀਆ ਕੁਝ ਹੋਰ ਹੀ ਬਣ ਗਈ ਹੈ। ਖਰਚੇ ਵਿੱਚ ਉਹਨਾਂ ਦੀ ਚਿੰਤਾ ਹੈ ਕਿ ਜਵਾਕਾਂ ਦੀ ਮਹਿੰਗੀ ਪੜ੍ਹਾਈ ਦਾ ਕੀ ਬਣੇਗਾ। ਜੀ ਮੈਂ ਬਤੌਰ ਰੂਰਲ ਫਾਰਮੇਸੀ ਅਫਸਰ ਸਬਸਿਡਰੀ ਹੈਲਥ ਸੈਂਟਰ ਕੋਟਲਾ ਵਿੱਚ ਕੰਮ ਕਰ ਰਹੀ ਹਾਂ ਅਤੇ 2008 ਵਿੱਚ ਮੈਂ ਜੁਆਇਨ ਕੀਤਾ ਸੀ ਅਤੇ ਹੁਣ ਅੱਜ ਦੀ ਡੇਟ 2021 ਵਿੱਚ ਹਾਲੇ ਤੱਕ ਸਰਕਾਰ ਨੇ ਸਾਨੂੰ ਪੱਕਿਆ ਨਹੀਂ ਕੀਤਾ। ਅਸੀਂ ਕੱਚੇ EMPLOYEES ਕੰਟਰੈਕਟ ਦੇ ਵਿੱਚ ਹੀ ਕੰਮ ਕਰ ਰਹੇ ਹਾਂ ਅਤੇ ਬੜੇ ਥੋੜ੍ਹੇ ਜਿਹੇ ਮਾਨ ਭੱਤੇ ਦੇ ਉੱਤੇ। ਤੋ ਇੰਨੇ ਸਾਲ ਕੰਮ ਕਰਨ ਦੇ ਬਾਵਜੂਦ ਵੀ ਸਰਕਾਰ ਨੇ ਜਿਵੇਂ ਸਾਨੂੰ ਹਰ ਵੇਲੇ ਲਾਰੇ ਲੱਪਿਆਂ ਦੇ ਵਿੱਚ, ਟਪਾਰਬਾਜ਼ੀ ਦੇ ਵਿੱਚ ਲੰਘਾ ਦਿੱਤੇ। ਅਤੇ ਮੇਰਾ ਇਹੀ ਇੱਕ ਮੁੱਦਾ ਹੈ ਮੇਨ ਕਿ ਇੰਨੇ ਥੋੜ੍ਹੇ ਮਾਨ ਭੱਤੇ ਦੇ ਵਿੱਚ ਅਸੀਂ ਆਪਣੇ ਫੈਮਿਲੀ ਲਈ, ਦੇਖੋ ਹਰ ਇੱਕ ਨੂੰ ਜ਼ਰੂਰਤ ਕਰਕੇ ਅਸੀਂ ਘਰੋਂ ਨਿਕਲਦੇ ਹਾਂ ਇੱਕ ਅਰਨਿੰਗ ਦੇ ਵਾਸਤੇ ਕਿ ਇੱਕ ਅੱਛਾ ਅਸੀਂ ਲਿਵਿੰਗ ਸਟੈਂਡਰਡ ਬਣਾ ਸਕੀਏ, ਆਪਣੇ ਬੱਚਿਆਂ ਨੂੰ ਅੱਛੀ ਐਜੂਕੇਸ਼ਨ ਦਿਲਾ ਸਕੀਏ। ਪਰ ਹੁਣ ਬੱਚੇ ਵੀ ਜਿਵੇਂ ਟਾਈਮ ਦੇ ਨਾਲ ਬੱਚੇ ਵੱਡੇ ਹੋ ਰਹੇ ਨੇ, ਅੱਗੋਂ ਐਜੂਕੇਸ਼ਨ ਦਾ ਖਰਚਾ ਵਧੇਗਾ, ਬਾਹਰ ਕਿਤੇ ਜਾਣਗੇ, ਮਤਲਬ ਉਸ ਹਿਸਾਬ ਦੇ ਨਾਲ ਬਟ ਉਹੀ ਲਿਮਿਟਿਡ ਜਿਹਾ ਮਾਨ ਭੱਤਾ ਜਿਹੜਾ ਸਾਨੂੰ ਦਿੱਤਾ ਜਾ ਰਿਹਾ, ਅਸੀਂ ਉਹਦੇ ਵਿੱਚ ਮਤਲਬ ਹੁਣ ਤੱਕ ਇੰਨਾ ਔਖਾ ਮੈਨੇਜ ਕਰਦੇ ਆ ਰਹੇ ਹਾਂ। ਦੂਰ ਦੁਰਾਡੇ ਜਿੱਥੇ ਵੀ ਕੋਵਿਡ ਦੇ ਵਿੱਚ ਜਿਵੇਂ ਡਿਊਟੀਆਂ ਸਾਡੀਆਂ ਲਗਾਈਆਂ, ਕੋਈ ਵੀ ਐਕਸਟਰਾ ਕੁਛ ਨਹੀਂ ਦਿੱਤਾ ਗਿਆ। ਅਸੀਂ ਉਸ ਦੇ ਬਾਵਜੂਦ ਵੀ ਪੂਰੀ ਆਪਣੀ ਮਤਲਬ 100% ਦੇ ਕੇ ਕੰਮ ਕੀਤਾ, ਲੇਕਿਨ ਸਰਕਾਰ ਨੇ ਕੁਝ ਵੀ ਨਹੀਂ ਸੋਚਿਆ, ਤਾਂ ਵੀ ਨਹੀਂ ਸਾਨੂੰ ਪਛਾਣ ਮਿਲੀ। ਸਾਡੇ ਬਰਾਬਰ ਜਿਹੜਾ ਸੇਮ ਸਾਡਾ ਕੈਡਰ ਹੈ, ਜਿਹੜੇ ਰੈਗੂਲਰ ਨੇ, ਉਹਨਾਂ ਦਾ ਸਾਡੇ ਤੋਂ ਕਈ ਗੁਣਾ ਜ਼ਿਆਦਾ ਤਨਖਾਹ ਹੈ ਅਤੇ ਕੰਮ ਅਸੀਂ ਉਹਨਾਂ ਦੇ ਬਰਾਬਰ ਕਿਆ ਕਹਿ ਸਕਦੇ ਹਾਂ ਕਿ ਜ਼ਿਆਦਾ ਹੀ, ਜਿੱਥੇ ਵੀ ਸਾਨੂੰ ਲਗਾਇਆ ਜਾਂਦਾ ਅਸੀਂ ਆਪਣਾ ਪੂਰੇ ਤਨ ਮਨ ਦੇ ਨਾਲ ਆਪਣਾ ਕੰਮ ਕਰਦੇ ਹਾਂ। ਪਰ ਉਹ ਇੱਕ ਲਿਮਿਟਿਡ ਜੀ ਸੈਲਰੀ ਵਿੱਚ ਅੱਗੋਂ ਵਾਸਤੇ ਮਤਲਬ ਹੁਣ ਪ੍ਰਸ਼ਨ ਇਹ ਉੱਠਦਾ ਕਿ ਇੰਨੇ ਸਾਲਾਂ ਦੇ ਬਾਅਦ ਵੀ ਜਦ ਸਾਨੂੰ ਰੈਗੂਲਰ ਨਹੀਂ ਕੀਤਾ ਗਿਆ, ਸਾਨੂੰ ਸਰਕਾਰ ਨੇ ਸੰਭਾਲਿਆ ਨਹੀਂ, ਅਤੇ ਆਉਣ ਵਾਲਾ ਸਾਡਾ ਭਵਿੱਖ ਕੀ ਹੋਏਗਾ। ਆਉਣ ਵਾਲੇ ਟਾਈਮ ਵਿੱਚ ਕੁਝ ਸਾਡੇ ਇੱਕ ਸਾਥੀ ਨੇ ਜਿਹੜੇ 2-4 ਸਾਲਾਂ ਵਿੱਚ ਰਿਟਾਇਰਮੈਂਟ ਦੀ ਏਜ ਵਿੱਚ ਆ ਜਾਣਗੇ। ਸਾਡੇ ਲਈ ਤਾਂ ਕੁਝ ਵੀ ਨਹੀਂ ਛੱਡਿਆ, ਆਪਸ਼ਨ ਨਹੀਂ ਛੱਡੀ ਸਰਕਾਰ ਨੇ। ਪਹਿਲੇ ਟਪਾਰਬਾਜ਼ੀ ਚਲਾਉਂਦੇ ਰਹੇ, ਹੁਣ ਕਰਦੇ ਹਾਂ। ਸਰਕਾਰਾਂ ਹਰ ਤਰ੍ਹਾਂ ਦੀਆਂ ਆਈਆਂ, ਹਰ ਪਾਰਟੀ ਦੀਆਂ ਸਰਕਾਰਾਂ ਹੋ ਕੇ ਨਿਕਲ ਗਈਆਂ, ਹਰ ਕੋਈ ਇਹੀ ਲਾਰੇ ਲਾਉਂਦਾ ਰਿਹਾ ਕਿ ਨਹੀਂ ਹੁਣ ਕਰਦੇ ਹਾਂ। ਜੇ ਦੇਖਿਆ ਜਾਏ ਕਿ ਸਰਕਾਰ ਸੋਚਦੀ ਹੈ ਕਿ ਸਾਡੇ ਉੱਤੇ ਬਹੁਤ ਜ਼ਿਆਦਾ, ਜੇ ਅਸੀਂ ਇਹਨਾਂ ਨੂੰ ਪੱਕਿਆ ਕਰ ਦਿੰਦੇ ਹਾਂ, ਰੈਗੂਲਰ ਦੇ ਵਿੱਚ ਲੈ ਆਉਂਦੇ ਹਾਂ,
ਤਾਂ ਇਹਦਾ ਬਹੁਤ ਜ਼ਿਆਦਾ ਸਾਡਾ ਮਤਲਬ ਇੱਕ ਬੋਝ ਪੈ ਜਾਏਗਾ ਵਿੱਤ ਆਪਣੇ ਖਜ਼ਾਨੇ ਦੇ ਉੱਤੇ ਪਰ ਉਹਦੇ ਵਿੱਚ ਤਾਂ ਬਹੁਤ ਸਾਰੀਆਂ ਹੋਰ ਚੀਜ਼ਾਂ ਵੀ ਨੇ ਜਿਹੜੀਆਂ ਖਜ਼ਾਨੇ ਦੇ ਉੱਤੇ ਬੋਝ ਪਾਉਂਦੀਆਂ ਨੇ। ਪਰ ਸਾਡੀ ਤਾਂ ਜਿਹੜੀ ਇੱਕ ਅਸੀਂ ਇੱਕ ਸੋਹਣਾ ਇੱਕ ਰਿਕੋਗਨਾਈਜੇਸ਼ਨ ਚਾਹੁੰਦੇ ਹਾਂ, ਇੱਕ ਮਤਲਬ ਚਾਹੁੰਦੇ ਹਾਂ ਕਿ ਸਾਡੀ ਸੰਭਾਲ ਕੀਤੀ ਜਾਵੇ, ਅਸੀਂ ਵੀ ਕਿਸੇ ਨੂੰ ਦੱਸ ਸਕੀਏ ਕਿ ਅਸੀਂ ਇੱਕ ਰਿਸਪੈਕਟੇਬਲ ਉਸ ਦੇ ਉੱਤੇ ਕੰਮ ਤਾਂ ਕਰਦੇ ਹਾਂ, ਲੇਕਿਨ ਸਾਨੂੰ ਵੀ ਦੱਸਣਾ ਮਤਲਬ ਮਾਣ ਜਿਹਾ ਮਹਿਸੂਸ ਹੋਵੇ ਕਿ ਅਸੀਂ ਵੀ ਸਾਡੀ ਕਦਰ ਪਾਈ ਗਈ, ਸਾਡੀ ਕੈਡਰ ਦੇ ਅਕੋਰਡਿੰਗ ਸਾਨੂੰ ਸੈਲਰੀ ਦਿੱਤੀ ਗਈ। ਮੁੱਖ ਮੰਤਰੀ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਤੁਹਾਨੂੰ ਹੋਰ ਤਾਂ ਬਹੁਤ ਸਾਰਾ ਰੇਤਾ ਬਜਰੀ ਆ ਬਿਜਲੀ ਸਸਤੀਆਂ ਕਰਨੀਆਂ ਦਿਖ ਰਹੀਆਂ ਨੇ, ਪਰ ਤੁਹਾਡੇ ਹਲਕੇ ਦੇ ਵਿੱਚ ਤੁਹਾਡੇ ਘਰ ਦੇ ਮੂਹਰੇ ਪੰਜਾਬ ਦੀਆਂ ਧੀਆਂ, ਪੰਜਾਬ ਦੀਆਂ ਵਰਕਰਾਂ ਤੇ ਪੰਜਾਬ ਦੇ ਵਿੱਚ ਮਿਸ਼ਨ ਫਤਿਹ ਕਰਨ ਵਾਲੇ ਕਰੋਨਾ ਯੋਧੇ ਬੈਠੇ ਨੇ ਤੇ ਕੱਚੇ ਪੱਕੇ ਮੁਲਾਜ਼ਮ ਬੈਠੇ ਨੇ, ਪਰ ਤੁਹਾਨੂੰ ਸਾਡੀ ਜਿਹੜੀ ਨਜ਼ਰ ਨਹੀਂ ਆਇਆ। ਤੇ ਜੇਕਰ ਤੁਹਾਡੇ ਵਿੱਚ ਇੰਨੀ ਉਹ ਗੈਰਤ ਹੈਗੀ ਹੈ, ਜੇਕਰ ਤੁਸੀਂ ਇੰਨਾ ਹੀ ਗਰੀਬਾਂ ਦੇ ਮਸੀਹਾ ਹੈਗੇ ਆ, ਤਾਂ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਸੁਣਵਾਈ ਕੀਤੀਆਂ ਜਾਣ ਤੇ ਸਾਨੂੰ ਬੇਝਿਜਕ ਕਹੋ ਕਿ ਸਾਡੇ ਨਾਲ ਜਿਹੜੀ ਮੀਟਿੰਗ ਹੈ ਉਹ ਕੀਤੀ ਜਾਵੇ। ਮਿਸ਼ਨ ਫਤਿਹ ਕਰਨ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਮੇਰੀਆਂ ਇਹਨਾਂ ਭੈਣਾਂ ਦਾ ਹੈ ਜਿਹੜੀਆਂ ਜ਼ੀਰੋ ਗਰਾਊਂਡ ਦੇ ਵਿੱਚ ਘਰ ਘਰ ਜਾ ਕੇ ਕਰੋਨਾ ਨੂੰ ਮਿਸ਼ਨ ਫਤਿਹ ਕਰਨ ਦੇ ਵਿੱਚ ਕਾਮਯਾਬ ਹੋਈਆਂ ਨੇ। ਭਾਵੇਂ ਕਿ ਕਰੋਨਾ ਦੇ ਨੇ ਕਈ ਕੰਮ ਸੀ, ਭਾਵੇਂ ਮਿਸ਼ਨ ਕਿੱਟ ਫਤਿਹ ਦੇਣੀਆਂ ਸੀ ਜਾਂ ਸੈਂਪਲਿੰਗ ਕਰਨੀ ਸੀ ਜਾਂ ਸ਼ੱਕੀ ਮਰੀਜ਼ ਲੱਭ ਕੇ ਲੈ ਕੇ ਆਉਣੇ ਸੀ, ਉਹ ਸਾਰਾ ਮੇਰੀਆਂ ਭੈਣਾਂ ਨੇ ਕੀਤਾ। ਪਰ ਉਸ ਦੀ ਬਦੌਲਤ ਸਾਡੀਆਂ ਵਰਕਰਾਂ ਨੂੰ ਪਰਿਵਾਰ ਗਵਾਉਣੇ ਪਏ ਨੇ, ਕਿਉਂਕਿ ਸਾਨੂੰ ਬਿਨਾਂ ਹਥਿਆਰਾਂ ਤੋਂ ਸਾਡੀਆਂ ਵਰਕਰਾਂ ਨੂੰ ਹੇਠਲੇ ਕੇਡਰ ਦੇ ਵਿੱਚ ਤਾਰਿਆ ਗਿਆ। ਬਿਨਾਂ ਹਥਿਆਰਾਂ ਤੋਂ ਅਸੀਂ ਸਾਡੀਆਂ ਭੈਣਾਂ ਦੇ ਘਰ ਖਾਲੀ ਹੋ ਗਏ। ਜਿੱਥੇ ਭੈਣਾਂ ਪੋਜ਼ਿਟਿਵ ਆਈਆਂ ਨੇ ਉਹਨਾਂ ਨੇ ਜਾਨ ਦੀਆਂ ਕੁਰਬਾਨੀਆਂ ਦਿੱਤੀਆਂ ਨੇ, ਉੱਥੇ ਹੀ ਅਨੇਕਾਂ ਉਹ ਭੈਣਾਂ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਇੱਕ ਜੀ ਰਹਿ ਗਿਆ, ਬਾਕੀ ਸਾਰੇ ਕਰੋਨਾ ਦੀ ਲਪੇਟ ਦੇ ਵਿੱਚ ਆ ਗਏ, ਕਿਉਂਕਿ ਕਰੋਨਾ ਨੂੰ ਘਰ ਦੇ ਵਿੱਚ ਲੈ ਕੇ ਆ ਰਹੀਆਂ ਸੀ ਜਦ ਸਰਕਾਰ ਦੀਆਂ ਨਾਕਾਮੀਆਂ ਸੀ, ਕਿਉਂਕਿ ਬਿਨਾਂ ਹਥਿਆਰਾਂ ਤੋਂ ਸਾਡੀਆਂ ਭੈਣਾਂ ਨੂੰ ਜਿਹੜਾ ਹੇਠਲੇ ਕੇਡਰ ਦੇ ਵਿੱਚ ਤਾਰਿਆ ਗਿਆ ਸੀ। ਕਿਸੇ ਵੀ ਦੇਸ਼ 'ਚ ਸਿਹਤ, ਸਿੱਖਿਆ, ਪਾਣੀ, ਬਿਜਲੀ, ਬੁਨਿਆਦੀ ਰੋਜ਼ਾਨਾ ਲੋੜਾਂ ਮਿਆਰੀ ਅਤੇ ਸਸਤੀਆਂ ਨਾ ਮਿਲਣ ਤਾਂ ਵੱਡੀ ਘਾਟ ਹੈ। ਮਹਿੰਗਾਈ ਦੀ ਮਾਰ 'ਚ ਨਰਸਿੰਗ ਕਾਲਜ 'ਚ ਨਾਨ ਅਟੈਂਡਿੰਗ ਕੋਰਸ ਹੁੰਦੇ ਨੇ। ਇਹੋ ਹਾਲ ਬਾਕੀ ਤਕਨੀਕੀ ਸਿੱਖਿਆ ਦਾ ਵੀ ਹੈ। ਕਾਲਜਾਂ ਦੇ ਅਧਿਆਪਕ ਸ਼ਿਕਾਇਤਾਂ ਸੁਣਾਉਂਦੇ ਨੇ ਕਿ ਕਿਵੇਂ ਕਾਲਜ ਉਹਨਾਂ ਦੀਆਂ 2 ਮਹੀਨੇ ਦੀਆਂ ਤਨਖਾਹਾਂ ਆਪਣੇ ਕੋਲ ਰੱਖਦਾ ਅਤੇ ਛੱਡਣ ਤੋਂ ਪਹਿਲਾਂ 3 ਮਹੀਨੇ ਦਾ ਨੋਟਿਸ ਸਮਾਂ ਮੰਗਦਾ। ਲੇਬਰ ਲਾਅ ਦੇ ਮੁਤਾਬਕ ਇਹਨਾਂ ਗੱਲਾਂ ਵੱਲ ਧਿਆਨ ਸਿੱਖਿਆ ਨਾਲ ਸੰਬੰਧਿਤ ਕੋਈ VC ਜਾਂ ਅਧਿਕਾਰੀ ਨਹੀਂ ਦਿੰਦਾ। ਬਲਜੀਤ ਕੌਰ ਮਿਲੇ ਤਾਂ ਦੱਸਦੇ ਨੇ ਕਿ 2004 'ਚ ਉਹ 2600 ਰੁਪਏ ਮਹੀਨਾ ਵਿੱਚ ਦਰਜਾ 4 ਮੁਲਾਜ਼ਮ ਹਸਪਤਾਲ ਵਿੱਚ ਆਏ। ਹੁਣ ਇੰਨੇ ਸਾਲ ਬਾਅਦ ਉਹ 4600 ਰੁਪਏ ਲੈਂਦੇ ਨੇ। ਹਸਪਤਾਲ ਦੀ ਸਫਾਈ ਕਰਦੇ ਹੋਏ ਉਹਨਾਂ ਆਪਣੀ ਹੋਣੀ ਇਹੋ ਮੰਨ ਲਈ ਹੈ, ਪਰ ਮਜ਼ਾਲ ਹੈ ਕਿ ਆਪਣੇ ਕੰਮ ਵਿੱਚ ਕੋਈ ਢਿੱਲ ਹੋਵੇ। ਇੰਜ ਹੀ ਭੁਪਿੰਦਰ ਕੌਰ ਨੇ। ਭੁਪਿੰਦਰ ਕੌਰ ਮਲਟੀਪਰਪਜ਼ ਹੈਲਥ ਵਰਕਰ ANM ਫੀਮੇਲ ਨੇ। ਇਹਨਾਂ ਨੂੰ ਸੁਣੋ, ਹੋਰ ਕਪਾਟ ਖੁੱਲ੍ਹਣਗੇ। ਭਰਤੀ 2006 ਤੋਂ ਹੋਈ ਹੈ। ਪਹਿਲਾਂ ਮੈਂ RCH ਵਿੱਚ ਸੀਗੀ ਤੇ ਉਸ ਤੋਂ ਬਾਅਦ ਫਿਰ ਮੇਰੀ NRHM 'ਚ ਹੋ ਗਈ ਤੇ ਅਸੀਂ ਠੇਕੇ ਤੇ ਹੀ ਇੰਨੇ ਸਾਲ 15-16 ਸਾਲ ਹੋ ਗਏ ਮੈਨੂੰ ਨੌਕਰੀ ਕਰਦੀ ਨੂੰ ਤੇ ਇੰਨੀਆਂ ਕੁ ਤਨਖਾਹਾਂ ਦਿੰਦੇ ਤੇ ਕੰਮ ਸਾਡੇ ਤੋਂ ਦੁੱਗਣਾ ਕਰਵਾਉਂਦੇ, ਦਿਨ ਰਾਤ ਸਾਡੀਆਂ ਡਿਊਟੀਆਂ। 2015 'ਚ ਅਸੀਂ ਇੰਨਾ ਸੰਘਰਸ਼ ਕਰਿਆ, NRHM ਵਾਲੇ ਨੇ ਸਾਡੀਆਂ ਤਨਖਾਹਾਂ ਵੀ ਕੱਟੀਆਂ ਗਈਆਂ ਪੂਰੇ। ਅਸੀਂ ਇੰਨੇ ਧੱਕੇ ਖਾਦੇ, ਕਿਤੇ ਜਾ ਕੇ ਰਾਤਾਂ ਵੀ ਅਸੀਂ ਕੱਟੀਆਂ, ਪਰ ਫਿਰ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੈਗੀ। ਸਰਕਾਰ ਨੇ ਸਾਡਾ ਕੁਝ ਵੀ ਨਹੀਂ, ਅਸੀਂ ਆਪਣਾ ਘਰ ਨਹੀਂ ਦੇਖਦੇ, ਬੂਆ ਨਹੀਂ ਦੇਖਦੇ, ਬੱਚੇ ਨਹੀਂ ਅਸੀਂ ਆਪਣੇ ਦੇਖਦੇ ਤੇ ਸਾਡੇ ਤੇ ਪ੍ਰੈਸ਼ਰ ਇੰਨਾ ਪਾਇਆ ਜਾਂਦਾ ਵੀ ਤੁਸੀਂ ਇਹ ਕੰਮ ਸਾਨੂੰ ਕਰਕੇ ਦੇਣਾ ਹੀ ਦੇਣਾ। ਤੇ ਅਸੀਂ ਤਾਂ ਦਬਾਅ ਦੇ ਵਿੱਚ ਆ ਕੇ ਹੀ ਆਪਣਾ ਇੰਨਾ ਕੰਮ ਕਰਦੇ ਹਾਂ ਕਿ ਸਾਨੂੰ ਆਪਣੀ ਸਾਡੀਆਂ ਸਿਹਤਾਂ ਵੀ ਬਿਲਕੁਲ ਇੰਨੀਆਂ ਹੋ ਗਈਆਂ ਨਾ, ਅਸੀਂ ਬੁੱਢੇ ਹੋਣ ਤੱਕ ਆ ਗਏ, ਇੰਨੀਆਂ ਉਮਰਾਂ ਹੋ ਗਈਆਂ ਸਾਡੀਆਂ। ਤੇ ਮੈਂ ਤਾਂ ਹੁਣ 2-4 ਸਾਲ ਤੱਕ ਰਿਟਾਇਰਮੈਂਟ ਵੀ ਹੋ ਜਾਣਾ ਵਾ ਤੇ ਸਾਡਾ ਕੀ ਸੋਚੂਗੀ ਸਰਕਾਰ? ਕਿਆ ਅਸੀਂ ਆਪਣੇ ਬੱਚਿਆਂ ਨੂੰ ਦੱਸਾਂਗੇ ਵੀ ਅਸੀਂ ਕੰਟਰੈਕਟ ਤੇ ਹੀ ਰੈਗੂਲਰ ਨਹੀਂ ਹੋਏ ਹੈਗੇ, ਅਸੀਂ ਇੱਕਣਾ ਆਪਣੀਆਂ ਸਾਨੂੰ ਇਹਨਾਂ ਨੇ ਘਰ ਤੋੜ ਦੇਣਾ ਹੈਗਾ ਤੇ ਸਾਡਾ ਕੁਛ ਨਾ ਕੁਛ ਇਹਨਾਂ ਨੂੰ ਕਰਨਾ ਚਾਹੀਦਾ ਮਸਲਾ ਹੱਲ। ਤੇ ਅਸੀਂ ANM ਹੈਗੀਆਂ ਕਿਸੇ 2000-250 ਵਿੱਚ ਹੈਗੀਆਂ ANM ਅਸੀਂ, ਤੇ ਸਾਡੇ ਕਲੈਰੀਕਲ ਮੁਲਾਜ਼ਮ ਵੀ ਹੈਗੇ। ਸਾਰਾ ਸਾਡਾ ਇੱਕ ਅਸੀਂ ਇਕਜੁੱਟ ਹੋ ਕੇ ਹੀ ਇੰਨਾ ਸੰਘਰਸ਼ ਕਰ ਰਹੇ ਹਾਂ ਵੀ ਸਾਡੀ ਕਿਤੇ ਆਵਾਜ਼ ਸਰਕਾਰ ਤੱਕ ਪਹੁੰਚ ਜਾਵੇ, ਪਰ ਸਾਡੀ ਕੋਈ ਕਿਤੇ ਵੀ ਸੁਣਵਾਈ ਹੈ ਨਹੀਂ। ਇੱਕ ਸਾਨੂੰ ਕਿਹਾ ਜਾਂਦਾ ਵੀ ਸਭ ਤੋਂ ਪਹਿਲਾਂ ਅਸੀਂ ਆਪਣੇ ਏਰੀਆ 'ਚ ਰਜਿਸਟ੍ਰੇਸ਼ਨ ਕਰਨੀ ਹੈ, ਜਿਵੇਂ ਗਰਭਵਤੀ ਔਰਤਾਂ ਦੀ ਦੇਖ ਰੇਖ ਕਰਨੀ ਆ, ਉਹ ਵੀ ਅਸੀਂ ਆਪਣੇ ਏਰੀਏ 'ਚ ਜਾ ਕੇ। ਤੇ ਮੌਤ ਦਰ ਦਾ ਜਿਹੜਾ ਸਾਡਾ ਪਹਿਲਾਂ ਬਹੁਤ ਜ਼ਿਆਦਾ ਸੀ, ਜੇ ਇਹਦੇ ਵਿੱਚ ਅਸੀਂ ਆਪਣਾ ਇੰਨਾ ਧਿਆਨ ਨਾਲ ਜਾਨੀ ਉਹਨਾਂ ਦੀ ਦੇਖ ਰੇਖ ਕਰਦੇ ਹਾਂ ਵੀ ਉਹ ਵੀ ਘਟ ਗਈ। ਜੱਚਾ ਬੱਚਾ ਦਾ ਸਾਰਾ
ਉਹ ਵੀ ਅਸੀਂ ਕਰਦੇ ਹਾਂ। ਤੇ ਫਿਰ ਕਹਿੰਦੇ ਫੈਮਿਲੀ ਪਲੈਨਿੰਗ ਦਾ ਕਰੋ, ਉਹ ਵੀ ਅਸੀਂ ਫੈਮਿਲੀ ਪਲੈਨਿੰਗ ਵੀ ਕਰਦੇ ਹਾਂ। ਕਿੰਨੇ ਸਰਕਾਰ ਦੇ ਟੀਚੇ ਹੈ ਵੀ ਤੁਸੀਂ ਆਪਣੇ ਏਰੀਏ 'ਚੋਂ ਕੋਈ ਟੀਵੀ ਦਾ ਲੱਭ ਕੇ ਦਿਓ, ਉਹ ਵੀ ਅਸੀਂ ਲੱਭ ਕੇ ਦੇਣਾ ਇਹਨਾਂ ਨੂੰ। ਤੇ ਕੋਈ ਲੈਪਰੋਸੀ ਦਾ ਹੋ ਗਿਆ, ਉਹ ਵੀ ਅਸੀਂ ਇਹਨਾਂ ਨੂੰ ਲੱਭ ਕੇ ਦੇਣਾ ਹੈਗਾ। ਤੇ ਮੌਤਦਾਰ ਬੱਚਿਆਂ ਦੀ ਤੇ ਮਾਵਾਂ ਦੀ ਉਹ ਸਾਡੇ ਬਦੌਲਤ ਹੀ ਘਟੀ ਹੋਈ ਹੈਗੀ ਆ। ਸਲਮ ਏਰੀਏ ਵਾਲੇ ਤਾਂ ਸਾਡੀ ਸੁਣਦੇ ਵੀ ਨਹੀਂ, ਉਹਨਾਂ ਵੀ ਅਸੀਂ ਬਹੁਤ ਔਖਾ ਮੋਟੀਵੇਟ ਕਰ ਕਰਕੇ ਫਿਰ ਅਸੀਂ ਇੱਥੋਂ ਤੱਕ ਪਹੁੰਚਾਉਂਦੇ ਹਾਂ ਵੀ ਸਾਡੇ ਏਰੀਏ ਦਾ ਸਾਰਿਆਂ ਦਾ ਭਲਾ ਹੋ ਸਕੇ। ਪਰ ਸਰਕਾਰ ਸਾਡਾ ਕੁਛ ਵੀ ਨਹੀਂ ਸੋਚਦੀ ਵੀ ਇਹ ਇੰਨਾ ਕੰਮ ਕਰਦੇ ਆ, ਦਿਨ ਰਾਤ ਮਰਦੇ ਆ, ਆਪਣੀ ਇੰਨੀ ਮਿਹਨਤ ਕਰਦੇ ਆ, ਪਰ ਸਾਡੀ ਕੋਈ ਸੁਣਵਾਈ ਹੈ ਨਹੀਂ। ਤਾਂ ਹੀ ਅਸੀਂ ਇਸ ਮੁੱਦੇ ਤੇ ਆਉਂਦੇ ਹਾਂ। ਅਸੀਂ ਸੰਘਰਸ਼ ਇੰਨਾ ਆਪਣਾ ਕਰਦੇ ਹਾਂ ਵੀ ਸਾਡਾ ਸੁਣਵਾਈ ਹੋ ਜੇ, ਪਰ ਸਾਡੀ ਕੋਈ ਸੁਣਵਾਈ ਹੈ ਨਹੀਂ। 108 ਐਂਬੂਲੈਂਸ ਸੇਵਾਵਾਂ ਸਭ ਲਈ ਉਮੀਦ ਹੁੰਦੀਆਂ ਨੇ। ਇਹਨਾਂ ਦੇ ਉੱਪਰਲੇ ਅਧਿਕਾਰੀ ਵੱਡੀਆਂ ਤਨਖਾਹਾਂ ਲੈਂਦੇ ਨੇ, ਪਰ ਸੂਬਾ ਪ੍ਰਧਾਨ ਮਨਪ੍ਰੀਤ ਨਿੱਜਰ ਦੀ ਜ਼ੁਬਾਨੀ ਸੁਣੋ ਕਿ ਇਹਨਾਂ ਕਾਮਿਆਂ ਦੇ ਕੀ ਹਾਲਾਤ ਨੇ। ਪੰਜਾਬ ਦੇ ਵਿੱਚ 108 ਐਂਬੂਲੈਂਸ ਸਰਵਿਸ 2011 ਤੋਂ ਸਟਾਰਟ ਕੀਤੀ ਗਈ ਸੀਗੀ। ਉਸ ਤੋਂ ਬਾਅਦ ਜਦੋਂ ਸਟਾਰਟਿੰਗ ਟਾਈਮ ਦੇ ਵਿੱਚ ਪ੍ਰੋਜੈਕਟ ਆਇਆ ਸੀਗਾ, ਲਗਭਗ 20 ਤੋਂ 25% ਸੈਂਟਰ ਸਰਕਾਰ ਦਾ ਸੀਗਾ, 75% ਪੰਜਾਬ ਸਰਕਾਰ ਦਾ ਸੀਗਾ। ਉਸ ਤੋਂ ਅੱਗੇ ਸਰਕਾਰ ਦਾ ਰੂਲ ਹੀ ਕੁਛ ਇੱਦਾਂ ਦੇ ਬਣਾਏ ਗਏ ਸੀ ਜਿਹਦੇ ਵਿੱਚ ਕਿ 10% ਸੈਂਟਰ ਸਰਕਾਰ ਦਾ ਘਟਦਾ ਜਾਣਾ ਸੀਗਾ ਤੇ ਪੰਜਾਬ ਸਰਕਾਰ ਦਾ ਵੱਧਦਾ ਜਾਣਾ ਸੀਗਾ, ਜਿਹਦੇ ਵਿੱਚ ਕਿ ਹੁਣ ਪ੍ਰੋਪਰ ਪ੍ਰੋਜੈਕਟ ਜੋ ਹੈਗਾ ਪੰਜਾਬ ਸਰਕਾਰ ਦੇ ਅੰਡਰ ਚੱਲ ਰਿਹਾ ਹੈ, PHSC ਦੇ ਅੰਡਰ। ਉਸ ਟਾਈਮ 'ਤੇ ਜਦ ਜੁਆਇਨਿੰਗ ਹੋਈ ਸੀ ਤਾਂ ਇੱਕ ਸਟਾਰਟਿੰਗ ਟਾਈਮ 'ਤੇ ਪਾਇਲਟ ਦੀ ਸੈਲਰੀ ਜਿਹੜੀ ਸੀਗੀ 6900 ਰੁਪਏ ਸੀਗੀ। 6900 ਰੁਪਏ ਤੋਂ ਲੈ ਕੇ ਹੁਣ ਤੱਕ ਜੋ ਸੈਲਰੀ ਦੇ ਵਿੱਚ ਵਾਧਾ ਗਣੀਏ ਤਾਂ ਤਕਰੀਬਨ 9300 ਰੁਪਏ ਲਗਭਗ ਮਿਲ ਰਿਹਾ। ਠੀਕ ਹੈ ਜੀ, ਜਿਹਦੇ ਵਿੱਚ ਕਿ ਸਿਰਫ ਆਪਾਂ ਕਹਿ ਸਕਦੇ ਹਾਂ ਵੀ ਮਿਨੀਮਮ ਵੇਜ ਦਾ ਵਾਧਾ ਮਿਲ ਰਿਹਾ ਆ, ਜੋ ਚਿਕਿਤਸਾ ਕੰਪਨੀ 108 ਨੂੰ ਮੇਨਟੇਨ ਕਰ ਰਹੀ ਹੈ, ਚਲਾ ਰਹੀ ਆ, ਜਿਸ ਨੂੰ ਪੰਜਾਬ ਸਰਕਾਰ ਨੇ ਕੰਟਰੈਕਟ ਦਿੱਤਾ ਹੋਇਆ ਪਿਛਲੇ 10 ਸਾਲਾਂ ਤੋਂ, 11ਵਾਂ ਸਾਲ ਚੱਲ ਰਿਹਾ ਹੈ। ਠੀਕ ਹੈ ਜੀ, ਉਹ ਕੋਈ ਆਪਣੇ ਤਰਫੋਂ ਕਿਸੇ ਤਰ੍ਹਾਂ ਦਾ ਨਾ ਤਾਂ ਕੋਈ ਸਾਲਾਨਾ ਇਨਕਰੀਮੈਂਟ ਲਾ ਰਿਹਾ, ਨਾ ਹੀ ਕਿਸੇ ਤਰ੍ਹਾਂ ਦਾ ਕੋਈ ਵਾਧਾ ਦੇ ਰਿਹਾ। ਘੱਟ ਤੋਂ ਘੱਟ ਵੀ ਅਸੀਂ ਗੱਲ ਕਰੀਏ ਤਾਂ ਕੰਪਨੀ ਵੱਲੋਂ ਪ੍ਰਾਈਵੇਟ ਇੰਸ਼ੋਰੈਂਸ 10 ਲੱਖ ਦਾ ਕਰਵਾਇਆ ਜਾਵੇ। ਜੇਕਰ ਅਸੀਂ ਇਨਕਰੀਮੈਂਟ ਦੀ ਗੱਲ ਕਰੀਏ, ਠੀਕ ਹੈ ਜੀ, ਹਰ ਸਾਲ ਦੀ ਜਿਹੜੀ ਗਰੋਥ ਹੈਗੀ ਸਾਨੂੰ ਇਨਕਰੀਮੈਂਟ ਦੀ 10% ਮਿਲਣੀ ਚਾਹੀਦੀ ਹੈ ਜੀ। ਹੈਲਥ ਡਿਪਾਰਟਮੈਂਟ ਨੇ, ਪੰਜਾਬ ਸਰਕਾਰ ਨੇ ZHL ਨੂੰ ਕੰਟਰੈਕਟ ਦਿੱਤਾ ਹੋਇਆ। ਪੰਜਾਬ ਸਰਕਾਰ ਦੇ ਅਸੀਂ ਕਿਸੇ ਮੰਤਰੀ ਕੋਲ ਕਿਸੇ ਕੋਲ ਵੀ ਜਾ ਰਹੇ ਹਾਂ ਤਾਂ ਉਹਨਾਂ ਦਾ ਸਭ ਤੋਂ ਪਹਿਲਾਂ ਇਹੋ ਹੀ ਹੁੰਦਾ ਜੀ ਤੁਸੀਂ ਸਾਡੇ ਮੁਲਾਜ਼ਮ ਨਹੀਂ ਹੈਗੇ। ਠੀਕ ਹੈ, ਬਟ ਜੇਕਰ ਉਹ ਫਿਰ ਵੀ ਸਾਡੀਆਂ ਪ੍ਰੋਬਲਮਾਂ ਸੁਣ ਕੇ ਤੇ ਇੱਕ ਵਾਰ ਸਾਨੂੰ ਜਿਵੇਂ ਕਹ ਲਓ ਮਿੱਠੀ ਗੋਲੀ ਦੇ ਕੇ ਤੋੜ ਦਿੰਦੇ ਆ ਜੀ, ਕੋਈ ਗੱਲ ਨਹੀਂ ਤੁਹਾਡਾ ਅਸੀਂ ਹੱਲ ਕਰਵਾਉਣੇ ਆ, ਪਰ 2011 ਤੋਂ ਲੈ ਕੇ ਅੱਜ ਤੱਕ ਕਿਸੇ ਸਰਕਾਰ ਨੇ ਸਾਡੀ ਸਾਰ ਨਹੀਂ ਲਈ। ZHL ਇੱਕ ਬੰਬੇ ਦੀ ਪ੍ਰਾਈਵੇਟ ਲਿਮਟਿਡ ਕੰਪਨੀ ਆ, ਜਿਹਦਾ ਇੰਡੀਆ ਦੇ ਵਿੱਚ ਅਲੱਗ-ਅਲੱਗ ਸਟੇਟਾਂ ਦੇ ਵਿੱਚ ਐਂਬੂਲੈਂਸ ਨਾਲ ਸੰਬੰਧਿਤ ਬਿਜ਼ਨਸ ਚੱਲ ਰਿਹਾ। ਜੇ ਟੋਟਲ ਗੱਲ ਕਰੀਏ ਮੰਥਲੀ ਪ੍ਰੋਜੈਕਟ ਦੀ, 4 ਕਰੋੜ ਦਾ ਪ੍ਰੋਜੈਕਟ ਆ ਜੀ ਕੰਪਨੀ ਦਾ 1 ਮਹੀਨੇ ਦਾ। ਠੀਕ ਹੈ, ਜਿਹਦੇ ਵਿੱਚੋਂ 1 ਕਰੋੜ 10 ਲੱਖ ਦੇ ਲਗਭਗ ਸਟਾਫ ਦੀ ਸੈਲਰੀ ਆ, 70 ਤੋਂ 80 ਲੱਖ ਰੁਪਏ ਗੱਡੀਆਂ ਦਾ ਡੀਜ਼ਲ ਆ। 325 ਐਂਬੂਲੈਂਸ ਨੇ ਟੋਟਲ ਪੰਜਾਬ ਦੇ ਵਿੱਚ, ਜਿਹਦੇ ਵਿੱਚੋਂ 300 ਐਂਬੂਲੈਂਸਾਂ ਨੂੰ ਕੰਪਨੀ ਮੇਨਟੇਨ ਕਰ ਰਹੀ ਆ ਹਰ ਇੱਕ ਤਰ੍ਹਾਂ, ਤੇ 25 ਐਂਬੂਲੈਂਸਾਂ ਜਿਹੜੀਆਂ ਇਹ ਨੇ ਜਿਹੜੀਆਂ ਪੰਜਾਬ ਸਰਕਾਰ ਦੇ ਸਿਵਲ ਹਸਪਤਾਲਾਂ ਦੇ ਵਿੱਚ ਲੱਗੀਆਂ ਨੇ, ਜਿਨ੍ਹਾਂ ਨੂੰ SMO ਵੱਲੋਂ ਡੀਜ਼ਲ ਪ੍ਰੋਵਾਈਡ ਕਰਵਾਇਆ ਜਾਂਦਾ ਆ। ਠੀਕ ਹੈ ਜੀ, ਹੁਣ ਇਸ ਦੇ ਅੱਗੇ ਜੇ ਗੱਲ ਕਰੀਏ ਵੀ ਡੀਜ਼ਲ ਦੀ ਗੱਲ ਹੋ ਗਈ, ਡੀਜ਼ਲ ਤੋਂ ਅੱਗੇ ਜੋ ਸਾਡਾ ਮੇਨਟੇਨੈਂਸ ਦਾ ਹੈਗਾ ਆ 5 ਲੱਖ ਰੁਪਇਆ ਮੰਥਲੀ ਖਰਚਾ ਆ, ਜੋ ਇਹਨਾਂ ਨੇ ਬਜਟ ਬਣਾਇਆ ਹੋਇਆ ਕੰਪਨੀ ਨੇ। ਖਰਚਾ ਜ਼ਿਆਦਾ ਆਉਂਦਾ ਪਰ ਕੰਪਨੀ ਨੇ ਇੱਕ ਲਿਮਟਿਡ ਬਜਟ ਬਣਾਇਆ, ਰਿਪੇਅਰ ਨਹੀਂ ਕਰਵਾ ਰਹੀਗੀ। ਉਸ 5 ਲੱਖ ਦੇ ਬਜਟ ਦੇ ਵਿੱਚ ਜੋ ਮੇਜਰ ਪ੍ਰੋਬਲਮਾਂ ਹੁੰਦੀਆਂ ਨੇ ਸਿਰਫ ਉਹਨਾਂ ਦਾ ਕੰਮ ਕਰਵਾਇਆ ਜਾਂਦਾ, ਦੂਜੀਆਂ ਪ੍ਰੋਬਲਮਾਂ ਦਾ ਕੰਮ ਨਹੀਂ ਕਰਵਾਇਆ ਜਾਂਦਾ। ਓਵਰ ਟਾਈਮ ਦੇ ਵਿੱਚ ਹੀ ਵੈਸੇ ਜੇ ਆਪਣੇ ਪੁਰਾਣੇ ਰੂਲਾਂ ਦੇ ਅਕੋਰਡਿੰਗ ਦੇਖੀਏ ਤਾਂ ਹਰੇਕ ਡਿਪਾਰਟਮੈਂਟ ਦੇ ਵਿੱਚ 8 ਘੰਟਿਆਂ ਦੀ ਡਿਊਟੀ ਹੁੰਦੀ ਹੈ ਜੀ। ਸਾਡੇ ਕੋਲੋਂ 12 ਘੰਟੇ ਦੀ ਡਿਊਟੀ ਕਰਾਈ ਜਾਂਦੀ ਆ। 4 ਘੰਟਿਆਂ ਦਾ ਬਣਦਾ ਓਵਰ ਟਾਈਮ ਇੱਕ ਤਾਂ ਸਾਨੂੰ ਉਹ ਨਹੀਂ ਮਿਲਦਾ। ਉਸ ਤੋਂ ਬਾਅਦ ਸਾਡੇ ਵੀਕਲੀ ਆਫ ਬਣਦੇ ਆ 4 ਮਹੀਨੇ ਦੇ, ਉਹ ਨਹੀਂ ਸਾਨੂੰ ਮਿਲਦੇ। ਉਹਨਾਂ ਦੀਆਂ ਜੇਕਰ ਅਸੀਂ ਡਿਊਟੀਆਂ ਕਰਦੇ ਹਾਂ ਤਾਂ ਉਹਨਾਂ ਦਾ ਸਾਨੂੰ ਓਵਰ ਟਾਈਮ ਨਹੀਂ ਪਾਇਆ ਜਾਂਦਾ ਗਾ। ਉੱਪਰ ਜੇ ਗੱਲ ਕਰੀਏ ਸਤੰਬਰ 2020 ਦੇ ਲਗਭਗ ਸਾਡੇ ਪੰਜਾਬ ਦੇ ਵਿੱਚ ਗੱਡੀਆਂ ਨਵੀਆਂ ਆ ਗਈਆਂ ਸੀਗੀਆਂ ਕੁਛ 108, ਸਰਕਾਰ ਨੇ ਵਾਅਦਾ ਕੀਤਾ ਸੀ ਐਂਬੂਲੈਂਸਾਂ ਦੇ ਵਿੱਚ, ਪਰ ਕੰਪਨੀ ਕੋਲ ਸਟਾਫ ਦੀ ਇੰਨੀ ਕੁ ਜ਼ਿਆਦਾ ਸ਼ੋਰਟੇਜ ਸੀਗੀ, ਇਹਨਾਂ ਨੇ ਇੱਕ EMT ਤੋਂ 2 ਐਂਬੂਲੈਂਸਾਂ ਚਲਾਈਆਂ ਨੇ। ਕੁਛ ਐਂਬੂਲੈਂਸਾਂ ਤਾਂ ਇਹਨਾਂ ਦੇ ਲੰਮਾ ਸਮਾਂ ਤੱਕ ਬੰਦ ਰਹੀਆਂ ਨੇ, ਪਰ ਸਰਕਾਰ ਨੂੰ ਇਹਨਾਂ ਨੇ ਚੱਲਦੀਆਂ ਸ਼ੋਅ ਕਰਕੇ ਸਰਕਾਰ ਤੋਂ ਪੈਸਾ ਲੈ ਲਿਆ, ਲੋਕਾਂ ਨੂੰ ਇਸ ਚੀਜ਼ ਦੀ ਸਹੂਲਤ ਨਹੀਂ ਦਿੱਤੀ ਗਈ। ਜੋ ਕੰਪਨੀ ਕੋਲ ਸਟਾਰਟਿੰਗ ਤੋਂ ਪਹਿਲਾਂ 1,35,000 ਦੇ ਵਿੱਚ ਪਰ ਗੱਡੀ ਦੇ ਹਿਸਾਬ ਦੇ ਨਾਲ ਇਹਨਾਂ ਨੂੰ ਪੈਸੇ ਮਿਲਦੇ ਸੀਗੇ, ਉਹ ਸਰਕਾਰ ਦੇ ਵਧਣ ਦੇ ਅਕੋਰਡਿੰਗ 1,43,000 ਤੱਕ ਪਹੁੰਚ ਗਏ। ਠੀਕ ਹੈ ਜੀ, ਜਿਹਦੇ ਵਿੱਚ ਕਿ ਇੱਕ ਐਂਬੂਲੈਂਸ ਦੇ ਉੱਪਰ 4 ਜਣਿਆਂ ਦਾ ਸਟਾਫ ਹੁੰਦਾ, 2 ਡਰਾਈਵਰ ਔਰ 2 EMT। ਉਹਨਾਂ ਨੂੰ ਸੈਲਰੀ ਜਿਹੜੀ ਦੇ ਰਿਹਾ ਹੈ 9,000 ਰੁਪਇਆ ਦੇ ਅਕੋਰਡਿੰਗ। ਔਰ ਇੱਕ ਐਂਬੂਲੈਂਸ ਦੇ ਡੀਜ਼ਲ ਦੀ ਗੱਲ ਕਰੀਏ ਤਾਂ ਲਗਭਗ 25 ਤੋਂ 30,000 ਰੁਪਇਆ ਦਾ ਚੱਲ ਰਿਹਾ। ਠੀਕ ਹੈ ਜੀ,
ਮੇਨਟੇਨੈਂਸ ਦਾ ਖਰਚਾ ਪਰ ਐਂਬੂਲੈਂਸ ਪਰ ਮੰਥ ਦੀ ਗੱਲ ਕਰੀਏ ਤਾਂ ਲਗਭਗ 5000 ਰੁਪਏ ਹੈਗਾ ਤੇ ਬਾਕੀ ਦੀ ਸਾਰੀ ਬਚਤ ਕੰਪਨੀ ਨੂੰ ਆ ਰਹੀ ਹੈ। ਮਹੀਨੇ ਦੀ ਸਾਰੀਆਂ ਗੱਡੀਆਂ ਦੀ ਸਾਰੇ ਪੰਜਾਬ ਦੀ ਗੱਲ ਕਰੀਏ 1.25 ਕਰੋੜ ਤੋਂ ਲੈ ਕੇ 1.5 ਕਰੋੜ ਰੁਪਏ ਦੀ ਬਚਤ ਕੰਪਨੀ ਨੂੰ 1 ਮਹੀਨੇ ਦੀ ਆ ਰਹੀ ਹੈ। ਜੇ ਪਿਛਲੇ 11 ਸਾਲਾਂ ਤੋਂ ਗੱਲ ਕਰੀਏ ਤਾਂ ਕਰੋੜਾਂ ਅਰਬਾਂ ਦੇ ਹਿਸਾਬ ਦੇ ਨਾਲ ZHL ਕੰਪਨੀ ਪੰਜਾਬ ਸਰਕਾਰ ਨੂੰ ਚੂਨਾ ਲਾ ਚੁੱਕੀ ਹੈ। ਜਿਵੇਂ ਕਿ ਰਾਜਾ ਵੜਿੰਗ ਜੀ ਹੁਣ ਟਰਾਂਸਪੋਰਟ ਦੇ ਨਾਲ ਸੰਬੰਧਿਤ ਮਿਨਿਸਟਰ ਨੇ ਰੋਡਵੇਜ਼ ਦੇ ਉੱਪਰ ਧਿਆਨ ਦੇ ਰਹੇ ਨੇ, ਉਸੇ ਤਰ੍ਹਾਂ ਹੀ ਮੈਂ ਇੱਕ ਬੇਨਤੀ ਕਰੂੰਗਾ ਪੰਜਾਬ ਸਰਕਾਰ ਨੂੰ ਵੀ ਹੈਲਥ ਡਿਪਾਰਟਮੈਂਟ ਦੇ ਨਾਲ ਸੰਬੰਧਿਤ ਪੰਜਾਬ ਦੀਆਂ ਐਂਬੂਲੈਂਸਾਂ ਦੇ ਉੱਪਰ ਵੀ ਧਿਆਨ ਦੇਣਾ ਚਾਹੀਦਾ ਹੈ। 2011 ਤੇ 12 ਦੇ ਵਿੱਚ ਜੋ ਐਂਬੂਲੈਂਸਾਂ ਪੰਜਾਬ ਸਰਕਾਰ ਨੇ ਸ਼ੁਰੂ ਕੀਤੀਆਂ ਸੀਗੀਆਂ ਉਹਨਾਂ ਦੇ ਵਿੱਚੋਂ ਕੁਝ ਗੱਡੀਆਂ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਬੰਦ ਕਰ ਦਿੱਤੀਆਂ। ਜਿਵੇਂ ਜਿਵੇਂ ਸਰਕਾਰ ਨੇ ਗੱਡੀਆਂ ਨਵੀਆਂ ਦੇਤੀਆਂ ਉਹ ਕੰਡਮ ਹੋ ਗਈਆਂ, ਪਰ ਉਹਨਾਂ ਦੇ ਵਿੱਚੋਂ ਕੁਝ ਗੱਡੀਆਂ ਜਿਹੜੀਆਂ 2020 ਦੇ ਵਿੱਚ ਵੀ ਬੰਦ ਕੀਤੀਆਂ ਸੀ ਉਹ ਵੀ ਬਿਨਾਂ ਪਾਸਿੰਗ ਦੇ ਕੰਪਨੀ ਚਲਾ ਰਹੀ ਸੀ, ਬਿਨਾਂ ਇੰਸ਼ੋਰੈਂਸ ਤੋਂ ਚਲਾ ਰਹੀ ਸੀ। ਅੱਜ ਵੀ ਪੰਜਾਬ ਦੇ ਵਿੱਚ ਲਗਭਗ 50 ਗੱਡੀਆਂ ਚੱਲ ਰਹੀਆਂ ਨੇ ਜਿਹੜੀਆਂ ਬਿਨਾਂ ਪਾਸਿੰਗ ਔਰ ਬਿਨਾਂ ਇੰਸ਼ੋਰੈਂਸ ਦੇ ਚੱਲ ਰਹੀਆਂ ਨੇ, ਜਿਹਦੇ ਉੱਪਰ ਪੰਜਾਬ ਸਰਕਾਰ ਦਾ ਕੋਈ ਧਿਆਨ ਨਹੀਂਗਾ। ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਕਰੋੜਾਂ ਰੁਪਏ ਦੀ ਜਿਵੇਂ ਕਹ ਲਓ ਲੁੱਟ ਹੋ ਰਹੀ ਆ, ਕਰੋੜਾਂ ਰੁਪਏ ਦਾ ਚੂਨਾ ਲੱਗ ਰਿਹਾ। ਇਸ ਦੇ ਵਿੱਚ ਅਸੀਂ ਇੱਕ ਪੰਜਾਬ ਸਰਕਾਰ ਤੋਂ ਡਿਮਾਂਡ ਕਰਦੇ ਹਾਂ ਤੁਹਾਡੇ ਚੈਨਲ ਰਾਹੀਂ ਵੀ ਜੇਕਰ ਕੰਪਨੀ ਕਵੇ ਇਸ ਦੇ ਉੱਪਰ ਵੀ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਬਚਤ ਨਹੀਂ ਹੋ ਰਹੀ, ਅਸੀਂ ਘਾਟੇ ਦੇ ਵਿੱਚ ਜਾ ਰਹੇ ਹਾਂ ਜਾਂ ਸਾਡਾ ਪ੍ਰੋਜੈਕਟ ਬਰਾਬਰ ਚੱਲ ਰਿਹਾ ਆ, ਤਾਂ ਅਸੀਂ ਸਰਕਾਰ ਨੂੰ ਕਰਦੇ ਹਾਂ ਵੀ ਕੰਪਨੀ ਦੀ ਇੱਕ ਬੈਲੈਂਸ ਸ਼ੀਟ ਹੈ ਜਿਹੜੀ ਉਹ CA ਤੋਂ ਆਡਿਟ ਕਰਵਾਈ ਜਾਵੇ। ਉਸ ਤੋਂ ਅੱਗੇ ਕੰਪਨੀ ਦੀ ਹਰ ਸਾਲ ਜਿਹੜੀ ਬੈਲੈਂਸ ਸ਼ੀਟ ਹੈ PHSC ਦੇ ਵਿੱਚ ਜਮ੍ਹਾਂ ਹੋਣੀ ਚਾਹੀਦੀ ਹੈ। ਇੱਕ ਕਾਪੀ ਉਹਦੀ ਸਾਨੂੰ ਮਿਲਣੀ ਚਾਹੀਦੀ ਆ ਤਾਂ ਜੋ ਸਾਨੂੰ ਤੇ ਪੰਜਾਬ ਸਰਕਾਰ ਨੂੰ ਪਤਾ ਲੱਗੇ ਕੰਪਨੀ ਸਾਡੇ ਤੋਂ ਪੈਸੇ ਲੈ ਕੇ ਕਿੰਨਾ ਪ੍ਰੋਫਿਟ ਲੈ ਰਹੀ ਹੈ ਤੇ ਕਿੰਨਾ ਘਾਟੇ 'ਚ ਜਾ ਰਹੀ ਹੈ, ਕੀ ਸਾਡੇ ਸਟਾਫ ਨੂੰ ਮਿਲ ਰਿਹਾ ਆ। ਇੱਕ ਸਾਡੇ ਸਟਾਫ ਨੂੰ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਰਹੀ ਆ ਵੀ ਬਿਨਾਂ ਕਿਸੇ ਰੀਜ਼ਨ ਤੋਂ ਸਾਡੇ ਸਟਾਫ ਦੀ ਜਦੋਂ ਜੀ ਕਰੇ ਉਹਦੀ ਟਰਾਂਸਫਰ ਕੀਤੀ ਜਾਂਦੀ ਆ। ਸਟਾਫ ਸਾਡਾ ਡਿਊਟੀ ਕਰਕੇ ਘਰ ਜਾਂਦਾ, ਪਿੱਛੋਂ ਫੋਨ ਆ ਜਾਂਦਾ ਜੀ ਸਾਡੇ CL ਸਰ ਦਾ ਵੀ ਤੁਸੀਂ ਕੱਲ੍ਹ ਨੂੰ ਡਿਊਟੀ 'ਤੇ ਨਹੀਂ ਆਉਣਾ, ਜੇ ਆਉਣਾ ਤਾਂ ਤੁਸੀਂ ਫਲਾਣੇ ਜ਼ਿਲ੍ਹੇ 'ਚ ਜਾਣਾ ਜਾਂ ਦਫ਼ਤਰ ਜਾਣਾ। ਖਰੜ ਦੇ ਵਿੱਚ ਆਸ਼ਾ ਵਰਕਰਾਂ ਦਾ ਧਰਨਾ ਕਵਰ ਕਰਨ ਗਏ ਤਾਂ ਉੱਥੇ ਏਡਜ਼ ਰੋਕੂ ਪ੍ਰੋਗਰਾਮ ਦੇ ਕਾਮੇ ਵੀ ਧਰਨਾ ਲਾਉਂਦੇ ਮਿਲ ਪਏ। ਉਹਨਾਂ ਨੇ ਕਿਹਾ ਕਿ ਸਾਡੀ ਸਟੋਰੀ ਵੀ ਕਰੋ, ਉਹਨਾਂ ਦੀ ਸਟੋਰੀ ਵੀ ਜਾਂਦੇ ਜਾਂਦੇ ਵਿਖਾ ਰਹੇ ਹਾਂ। ਇਹ ਤਾਂ ਉਹ ਸਾਰੀਆਂ ਕਹਾਣੀਆਂ ਨੇ ਜਿਨ੍ਹਾਂ ਤੱਕ ਅਸੀਂ ਪਹੁੰਚ ਕਰ ਲਈ, ਪਰ ਇਸ ਤੋਂ ਬਿਨਾਂ ਪੰਜਾਬ ਦੀਆਂ ਵੱਖ-ਵੱਖ ਥਾਵਾਂ 'ਤੇ ਹੋਰ ਵੀ ਬਹੁਤ ਸਾਰੇ ਧਰਨੇ ਲੱਗੇ ਨੇ ਜਿਨ੍ਹਾਂ ਤੱਕ ਸਾਡੀ ਪਹੁੰਚ ਨਹੀਂ ਹੋਈ। ਇੱਥੋਂ ਤੁਸੀਂ ਸਮਝ ਸਕਦੇ ਹੋ ਪੰਜਾਬ ਦੀ ਸਿਹਤ ਸੇਵਾਵਾਂ ਦੀ ਤਸਵੀਰ ਕੀ ਹੈ। ਇਹ ਜੋ ਧਰਨਾ ਲਗਾਇਆ ਗਿਆ ਇਹ ਸਾਡਾ ਧਰਨਾ 9ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕਿਆ। ਇੱਕੋ ਇੱਕ ਮੰਗ ਆ ਰੈਗੂਲਰ, ਉਸ ਨੂੰ ਲੈ ਕੇ ਇਹ ਧਰਨਾ ਲਗਾਇਆ ਗਿਆ। 36000 ਮੁਲਾਜ਼ਮ, ਬਿਲਕੁਲ ਉਹਦੇ ਵਿੱਚੋਂ 3600 ਮੁਲਾਜ਼ਮ ਵੀ ਪੱਕਾ ਨਹੀਂ ਹੋਇਆ। ਇਹ ਮੁਲਾਜ਼ਮ ਨੇ ਜਿਹੜੇ 22 ਸਾਲਾਂ ਤੋਂ ਠੇਕੇ ਤੇ ਭਰਤੀ ਤੇ ਨਿਗੂਣੀ ਤਨਖਾਹ ਦੇ ਉੱਤੇ ਕੰਮ ਕਰ ਰਹੇ ਨੇ। ਠੇਕੇਦਾਰੀ ਸਿਸਟਮ, ਪ੍ਰਾਈਵੇਟਾਈਜੇਸ਼ਨ, ਹੈਲਥ ਇੰਡਸਟਰੀ ਹੈਲਥ ਸਰਵਿਸ ਨਹੀਂ। ਅਜਿਹੇ ਦੇ ਵਿੱਚ ਜਿਵੇਂ ਕਿ ਸ਼ੁਰੂਆਤ ਦੇ ਵਿੱਚ ਮੈਂ ਕਿਹਾ ਸੀ ਕਿ ਸੜਕਾਂ ਦੇ ਉੱਤੇ ਜਾਂ ਧਰਨੇ ਨੇ ਜਾਂ ਇਸ਼ਤਿਹਾਰ, ਪੂਰੀ ਪੋਜੀਸ਼ਨ ਤੁਹਾਨੂੰ ਸਮਝਾਈ ਹੈ ਕਿ ਪੰਜਾਬ ਦੀ ਸਿਹਤ ਸੇਵਾਵਾਂ ਦਾ ਕੀ ਹਾਲ ਹੈ। ਤੁਹਾਡੇ ਕੋਲ 2 ਤਸਵੀਰਾਂ ਨੇ, ਸੜਕਾਂ ਤੇ ਲੱਗੇ ਇਸ਼ਤਿਹਾਰ ਵੇਖੋ ਅਤੇ ਸੜਕਾਂ ਤੇ ਆਉਂਦੇ ਧਰਨੇ ਵੇਖੋ। ਪਿਛਲੇ ਦਿਨਾਂ ਦੇ ਅੰਦਰ ਵੀਰਦਾਸ ਦੀ ਵੀਡੀਓ ਬਹੁਤ ਮਸ਼ਹੂਰ ਹੋਈ ਸੀ, 2 ਇੰਡੀਆ। ਮੈਂ ਕਹਿੰਦਾ ਕਿ 2 ਪੰਜਾਬ ਦੇਖੋ। ਸਤਿ ਸ਼੍ਰੀ ਅਕਾਲ, ਤੁਸੀਂ ਪੰਜਾਬ ਦੇ ਵਿੱਚ ਹੋ, ਪੰਜਾਬ ਵਾਸੀ ਹੋ।